साहिब जियो। दंडौत बंदन अनिक बार, सर्व कला समरथ, डोलन पे राखो प्रभु। नानक दे कर हथ, तिसकी शरणी परमना। जिस जीवन अवर न कोई, जिस सिमरत सुख होए घना। दुख दर्द ना मूले होए,
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ। ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਪੰਜਵੇਂ ਪਾਤਸ਼ਾਹ ਜੀ ਦਾ ਗੌੜੀ ਗੁਆਰੇਰੀ ਦੇ ਵਿੱਚ ਉਚਾਰਨ ਕੀਤਾ ਸ਼ਬਦ ਆਪਾਂ ਨੇ ਗਾਇਨ ਕੀਤਾ ਹੈ। ਗੌੜੀ ਗੁਆਰੇਰੀ ਮਹਿਲਾ ਪੰਜਵਾਂ। ਸ਼ਬਦ ਦੀ ਵਿਚਾਰ ਤੋਂ ਪਹਿਲਾਂ ਕੁਝ ਕੁ ਮੁੱਢਲੀਆਂ ਗੱਲਾਂ ਕਹਿ ਦੇਵਾਂ, ਕਿਉਂਕਿ ਕਾਫੀ ਸਰੋਤਿਆਂ ਨੇ ਭਾਵੇਂ ਪਹਿਲਾਂ ਸੁਣਿਆ ਹੋ ਸਕਦਾ ਹੈ। ਸੋ ਕੋਈ ਵੀ ਆਪਾਂ ਕੰਮ ਕਰਦੇ ਹਾਂ ਯੁਕਤੀ ਪ੍ਰਧਾਨ ਹੈ। ਯੁਕਤ ਕਹਿ ਲਓ, ਮੈਥਡ, ਟੈਕਨੀਕ, ਢੰਗ, ਤਰੀਕਾ। ਕਿਸੇ ਕੰਮ ਨੂੰ ਯੁਕਤ ਨਾ ਕੀਤਾ ਜਾਵੇ ਜ਼ੋਰ ਘੱਟ ਲੱਗਦਾ ਤੇ ਸਫਲਤਾ ਵੱਧ ਮਿਲਦੀ ਹੈ। ਯੁਕਤ ਨਾ ਆਉਂਦੀ ਹੋਵੇ ਜ਼ੋਰ ਵੱਧ ਲੱਗ ਜਾਂਦਾ, ਨਤੀਜਾ ਨਹੀਂ ਨਿਕਲਦਾ। ਜਿਵੇਂ ਕਿਸਾਨ ਹੈ, ਯੁਕਤ ਆਉਂਦੀ ਹੈ ਤਾਂ ਖਰਚਾ ਘੱਟ ਤੇ ਝਾੜ ਵੱਧ। ਜੇ ਉਹਨੂੰ ਸਹੀ ਯੁਕਤ ਨਹੀਂ ਆਉਂਦੀ ਕਈ ਵਾਰੀ ਖਰਚਾ ਵੱਧ ਕਰ ਲੈਂਦਾ ਹੈ ਪਰ ਝਾੜ ਨਿਕਲਦਾ ਨਹੀਂ। ਜਿਸ ਤਰ੍ਹਾਂ ਬਿਜਲੀ ਤੋਂ ਯੁਕਤ ਦੇ ਨਾਲ ਕੰਮ ਲਿਆ ਜਾਂਦਾ, ਇਸੇ ਤਰ੍ਹਾਂ ਸਤਸੰਗੀਆਂ ਵਾਸਤੇ ਵੀ ਕੁਝ ਅਸੂਲ ਹੈ। ਅਸਲੀ ਗੱਲ ਬੁਲਾਈਏ ਕਿਉਂਕਿ ਬਹੁਤੀਆਂ ਉਦਾਹਰਨਾਂ ਨਾ ਦੇਵਾਂ। ਪਹਿਲਾਂ ਤਾਂ ਆਪਾਂ ਜਦੋਂ ਆਪਣੇ ਘਰੋਂ ਤੁਰਦੇ ਹਾਂ ਉਦੋਂ ਸਾਡੇ ਮਨ ਦੇ ਵਿੱਚ ਇੱਕ ਭਾਵਨਾ ਹੋਣੀ ਚਾਹੀਦੀ ਹੈ। ਉਹ ਕਿਹੜੀ? ਕਿ ਅਸੀਂ ਸਤਿਗੁਰੂ ਜੀ ਦੇ ਸਕੂਲ ਵਿੱਚ ਜਾ ਰਹੇ ਹਾਂ ਸੱਚਾ ਗਿਆਨ ਲੈਣ ਵਾਸਤੇ। ਇਸ਼ਾਰਾ ਤੁਸੀਂ ਸਮਝ ਕੇ, ਜਿਵੇਂ ਵਿਦਿਆਰਥੀ ਹੁੰਦਾ ਨਾ, ਜੇ ਉਹਦੇ ਘਰੋਂ ਤੁਰਨ ਵੇਲੇ ਮਨ 'ਚ ਭਾਵਨਾ ਹੋਵੇ ਵੀ ਮੈਂ ਕਾਲਜ ਦੇ ਵਿੱਚ ਕੁਝ ਸਿੱਖਣ ਵਾਸਤੇ ਜਾ ਰਿਹਾ ਹਾਂ, ਤਾਂ ਉਹ ਕਲਾਸ ਦੇ ਵਿੱਚ ਬੈਠ ਕੇ ਆਪਣੇ ਅਧਿਆਪਕ ਨੂੰ ਧਿਆਨ ਲਾ ਕੇ ਸੁਣੋ। ਤੇ ਜਿਹਦੇ ਮਨ ਵਿੱਚ ਪਹਿਲਾਂ ਹੀ ਹੋਵੇ ਵੀ ਆਪਾਂ ਤਾਂ ਗੇੜਾ ਦੇ ਕੇ ਆਉਣਾ, ਉਹ ਤੁਹਾਨੂੰ ਪਤਾ ਫਿਰ ਕਾਲਜ ਦਾ ਗੇੜਾ ਦੇ ਕੇ ਮੁੜ ਆਉਂਦਾ। ਜਿਹੜੇ ਕਾਲਜਾਂ ਦੇ ਗੇੜੇ ਦੇ ਕੇ ਮੁੜ ਆਉਂਦੇ ਨੇ ਡਿਗਰੀਆਂ ਨਹੀਂ ਕਰ ਜਾਂਦੇ, ਸਾਲ 2 ਸਾਲ ਗੇੜੇ ਮਾਰ ਕੇ ਘਰੇ ਬਹਿ ਜਾਂਦੇ ਆ। ਜਿਸ ਤਰ੍ਹਾਂ ਸਕੂਲਾਂ ਕਾਲਜਾਂ ਦੇ ਗੇੜੇ ਮਾਰ ਕੇ ਵਿੱਦਿਆ ਨਹੀਂ ਮਿਲਦੀ, ਗੁਰੂ ਦੇ ਦਰ ਤੇ ਗੇੜੇ ਮਾਰ ਕੇ ਗਿਆਨ ਨਹੀਂ ਮਿਲਦਾ। ਗੁਰੂ ਦੇ ਦਰ ਤੇ ਗੇੜਾ ਦੇਣ ਵਾਸਤੇ ਨਹੀਂ ਆਈਦਾ, ਗੁਰੂ ਦੇ ਦਰ ਤੇ ਗਿਆਨ ਲੈਣ ਵਾਸਤੇ ਆਈਦਾ। ਹੁਣ ਆਪਾਂ ਸਾਰੇ ਭੈਣ ਭਰਾਵਾਂ ਨੇ ਕੀ ਭਾਵਨਾ ਰੱਖਣੀ ਹੈ ਕਿ ਇਸ ਵੇਲੇ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਲਾਸ ਵਿੱਚ ਬੈਠੇ ਹਾਂ। ਇਸ ਵੇਲੇ ਆਪਾਂ ਸਤਿਗੁਰੂ ਜੀ ਦੇ ਸਕੂਲ ਵਿੱਚ ਬੈਠੇ ਹਾਂ। ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਸਤਿਗੁਰ ਦੀ ਪਾਠਸ਼ਾਲਾ ਦੇ ਵਿੱਚ ਸਤ ਸੰਗਤ ਹੈ ਜਿੱਥੋਂ ਰੱਬੀ ਗੁਣਾਂ ਨੂੰ ਸਿੱਖਿਆ ਜਾਂਦਾ ਹੈ। ਸਿੱਖ ਸਟੂਡੈਂਟ, ਵਿਦਿਆਰਥੀ। ਆਪਾਂ ਗੁਰੂ ਦੇ ਵਿਦਿਆਰਥੀ ਹਾਂ। ਸਿੱਖ ਦਾ ਅਰਥ ਕੀ ਹੁੰਦਾ ਹੈ? ਜੋ ਸਿੱਖਦਾ ਹੈ ਸਿੱਖਦੇ ਹੀ ਰਹਿਣਾ, ਸਿੱਖਦੇ ਹੀ ਰਹਿਣਾ। ਸੋ ਸਿੱਖ ਗੁਰੂ ਦਾ ਵਿਦਿਆਰਥੀ ਹੈ। ਇਸ ਕਰਕੇ ਹੁਣ ਇਹ ਭਾਵਨਾ ਰੱਖਣੀ ਹੈ ਕਿ ਅਸੀਂ ਸਤਿਗੁਰਾਂ ਦੇ ਸਕੂਲ ਵਿੱਚ ਆ ਗਏ ਗਿਆਨ ਲੈਣ ਵਾਸਤੇ। ਬਹੁਤ ਲੋਕੀ ਗੁਰਦੁਆਰਿਆਂ 'ਚ ਜਾਂਦੇ ਆ ਪਰ ਗੇੜਾ ਦੇ ਕੇ ਮੁੜ ਆਉਂਦੇ ਆ। ਕੋਈ ਤਾਂ ਲੰਗਰ ਦੇ ਦਾਲੇ ਟੈਸਟ ਕਰਕੇ ਮੁੜ ਆਉਂਦੇ ਵੀ ਜਲੇਬੀਆਂ ਬਹੁਤ ਵਧੀਆ ਸੀ, ਵੀ ਪਕੌੜੇ ਆ ਕਮਾਲ ਕਰਦੇ।
बहुत वधिया सी पकौड़ी कहते जे पुछ रहे ना कोई समागमां ते गए सी की कहते जलेबियां बहुत स्वाद सी करनियां पैंदियां गल्लां सुनिया की ज्ञान की लिया ना कुछ नहीं। सो गुरुद्वारा गेड़े मारन वास्ते नहीं ज्ञान लैन वास्ते है। गुरुद्वारे कोई 100 गेड़ा मार जाए तो भी कुछ नहीं मिलता। बहुते लोगों ने गुरुद्वारे का गेड़ा मारन को धर्म समझ रखा। बहुत लोग समझते भी जाया है जी गुरुद्वारे। सो गुरुद्वारा साहब आना है पर किस भावना के नाल सीखण की भावना नाल कि सच्चा ज्ञान सीखण वास्ते जा रहे हैं। गेड़े मार के कुछ नहीं मिलता। गुरबाणी का प्रमाण ले लो भी जो कहना तो नाल दी नाल असीं गुरबाणी का प्रमाण भी दे देना है। सतगुर की प्रतीत न आईया शब्द न लागो भाओ उसनो सुख न उपजै भावें 100 गेड़ा आवो जाओ। की बोली जाते हैं बच्चे की करी जाते हैं तार है अपना चुप चाप करो इस बाद नहीं हिलानी किसी ने। कुछ माइया भैन जुड़ के बैठो भाई इधर थोड़ा जा ये भैन ना जुड़ के बैठो संगत च। ये सामने भैन बैठिया जो उठो भी बस संगत च इदा नहीं होंगे 5 तुम भी नौजवान अगे आ जाओ भाई। निजम ये भी बाणी की लिखा तुम पुछोगे कितने लो ये भी सुन लो पहला बह जाओ फिर तुहानूं सुणावां गल। जो कुछ मुढ़लियां गल्लां सिखाउणियां पैणियां ने ना अज। हाँ जो कोई सेवादार पहरेदार होंगे ना कई बार पिछे बैठ जाते हैं। गुरबाणी जी लिखिया सतसंग मिल रही है माधो जैसे मधप मखीरा। सतसंग में इदा मिल के बैठना जिवें शहद दीयां मक्खियां छत्ते ते बैठदियां वो विच गैप नहीं छड्डदियां। इस तरह जो सतसंग में बैठना गैप नहीं विच छड्डीदा हुंदा। फिर सुनन ते सुनाउण वालिआं दे विच एक चुंबकी खेत्र बनता है मैगनैटिक फील्ड बनता है। इस करके सतसंग इदा नहीं गैप छड्ड के बैठना भी 10 के इत्थे बह गए 20 उत्थे बह गए 50 उत्थे बह गए ना। ये हुण तुसीं सदा वास्ते याद रखिओ गल नूं। सो सतसंग बैठण का तरीका आपां नूं लग गया ना पता। जुड़ के बैठना है ते नाल नाल सावधान होकर बैठना है। एकाग्र चित्त रखना है। प्रभ की उस्तत करहो संत मीत सावधान। एकाग्र चीत सावधान वास्ते की होंदा है भी सुचेत होके बैठो अलर्ट होके चुस्त होके कह लो। क्यों कुछ भैन भरा सारे नहीं कहता कुछ ऊँघ के भी मुड़ जाते हैं। इस करके सावधान होके बैठना है एकाग्र होके सुनना है। शरीर चुस्त होके बैठे सुरत भी इत्थे हाजिर होवे। ये भी ना हो भी शरीर इत्थे है तो सुरत बाहर है फिर भी असीं गैर हाजिर हैं। सो बाणी के विच प्रमाण याद रखोगे ना सावधान एकाग्र चीत। जुड़ के बैठो सुचेत होके बैठो चित्त वृत्ति को एकाग्र रखो ध्यान इत्थे हाजिर होवे। चलो ये गल समझ ली। हाँ जी आओ आप जो शुरू तो गल समझ रहे थे कि गुरु के दर के उत्ते जे भाई तुहानूं गुरबाणी ते यकीन नहीं सतगुर की प्रतीत ना आईया शब्द ना लागो भाओ जे गुर उपदेश ना प्यार नहीं पिया। शब्द का अर्थ की हुंदा गुर उपदेश। जे गुर उपदेश ना प्यार नहीं पिया उसनों सुख ना उपजे भावें 100 गेड़ा हो जाओ। ਉਹਨੂੰ भाई सुख नहीं मिलता। ਉਹਦੇ अंदर मन का सुख पैदा नहीं हुंदा। भावें 100 गेड़ा आवो जाओ भावें गुरु के दर से 100 गेड़ा ला जाए। ये गल समझ भी ना बाणी तो सिद्ध हो गया ना। जिवें आपां पहलां समझ लिया भी कालज का भावें कोई किन्ना मर्जी गेड़ा मारिया होवे बथेरे कालजां च गेड़े देण वाले किहड़ा सारे डिग्रियां कर जाते हैं बथेरे फिरदे गेड़े मारते। इस करके गुरु के दर नूं असीं गेड़ा मारन तक सीमत ना रखिए। गुरु के दर से आके सीखना है। और प्रमाण ले लो भावें कुछ दृढ़ता हो जाए। गुरु द्वारे होए सोझी पाए सी एत द्वारे धोए हच्छा होए सी। गुरु के दर से आके सोझी प्राप्त करनी है। सोझी भाव ज्ञान। इस दर से आके असीं अपने मन के भैड़े ख्यालों की मैल नूं धोना है। एत द्वारे धोए हच्छा होए सी कि असीं मन करके शुद्ध हो जाते हाँ। सिद्ध हो गया
इस करके साडा इत्थे आउण दा मकसद की है, गुरबाणी के ज्ञान राहीं अपने मन नूं असीं धोण वास्ते आए हाँ। क्योंकि धर्म का जिहड़ा संबंध है ये मन दे नाल है। पहला नुकता समझ लिया, मन विच भावना लैके आउणी है कि सतगुर के सकूल विच आए हाँ, हुण क्लास विच बैठे हाँ। एक नुकता होर कह देवां, है जी मुढ़लियां गल्लां ही कह लओ इन्हां नूं, बेसिक नॉलेज। जिवें क्लास दे विच किसी नूं जरूरी कोई हाजत हो जाए तो टीचर तो छुट्टी लैके जांदा, मास्टर जी 1 नंबर जाया वां जी, 2 नंबर जाया वां जी। इस तरह इत्थे भी किसी नूं कोई सरीरक हाजत हो जाए, उन्हें मन दे विच गुरु तो छुट्टी लैके जाना है। जे तुसीं अपनी मर्जी नाल उठ के तुर पे बाहर नूं, इहदा भाव कि तुहाडी सुरत सतगुर के सकूल विच आई नहीं। इस तो बाद ये नहीं कि जदों मर्जी उठ के तुर जाओ बाहर नूं ते अंदर नूं आ जाओ ना। क्लास के नियम होंदे आ ना, सतगुरां दी क्लास विच तां होर भी वध अनुशासन चाहीदा। हाँ, जरूरी किसी नूं कोई हाजत होगी, उन्हें मन विच छुट्टी लैनी है उठण तो पहलां। ते जिन्नी देर तक गुरु ग्रंथ साहिब जी का स्वरूप विदा नहीं हो जाता, उठ के जाने का सवाल नहीं पैदा होता। किसी को कोई खास मजबूरी पहलां दस दिता कि मान लो कोई मुलाजम सुनन आ जाता है कि चलो जिन्ना क्लासा ले तो ड्यूटी का टाइम हो गया, वो मन च छुट्टी लैके आ जाओ। ये तो वक्री गल है। जब कई प्रचारक जत्थे आउंदे आ, किते अगे होर हाज़री भरनी होंदी है, पहुंचना होंदा, जिवें असीं भी ला लो हुण शाम नूं पहुंचना है, चलो तो हुण समाप्ति का टाइम है, साडा हुण पहला टाइम होंदा, मान लो असीं हाज़री भर के रात के दवाना तक पहुंचना होंदा। वो वक्री गल है। पर जिन्ने सरोते आए हैं, विद्यार्थी आए हो, सिखण आए हो, ये नहीं होंदा भी जदों मर्जी उठ के तुर जाओ। क्लास की समाप्ति तो पहलां, गुरु ग्रंथ साहिब के स्वरूप के विदा होने तो पहलां उठण की कोशिश ना करें। मुढ़लियां गल्लां तां मन्निया जाऊगा भी तुसीं सतगुर के सकूल विच आए हो, नहीं समझिया जाऊ भी तुसीं एवें गेड़े देण आ गए। एक नुकता चंगी तरह दृढ़ हो गया आपां नूं। दूसरा नुकता है जी, जदों आके आपां मत्था टेकिया, नमस्कार की है गुरु ग्रंथ साहिब जी के सन्मुख, मत्था टेकण दे पिछे सिद्धांत की है कि असीं गुरबाणी के वचन नूं मन करके मनण दा प्रण करते हाँ। मत्था टेक के गुरु जी की मत्त नूं मत्थे विच टका लैना है। जे गुरु ग्रंथ साहिब जी के सन्मुख मत्था टेक के गुरबाणी की मत्त नूं मत्थे विच नहीं टकाया तो मत्था टेकण का की स्वाद आया। जे अपनी मनमत नहीं छड्डी फिर मत्था टेकण का क्या है? मत्था टेकण का भाव है भी अपना आप गुरु नूं सौंप दिता, समर्पण, समर्पण कह लो। सो अगे ये नाल नाल ये भाव भी बनता है कि सीस गुरु नूं दे दिता, हुण ये सीस किसी कबर से, किसी समाध से, किसी बाबे पीर से, किसी बुत मूर्ति अगे नहीं झुकूगा। क्यों? क्योंकि सीस तो गुरु नूं दे दिता। सिख दा सीस गुरु की अमानत है। जे थां थां ते मत्थे टेकते फिरदे हैं तो यदा भाव असीं गुरु जी नूं झूठी मुठी मत्था टेकिया। झूठी मुठी ये ठेठ पंजाबी है, भाव कि उतले मनो। ये तो उतले मनो ही मत्था टेकिया ना, जे थां थां ते टेकते फिरदे हैं। इहनूं कट्टड़ता नहीं कहना, ये परपक्कता है। ये सिख दा सीस गुरु का है ते गुरु नूं दिता होया सीस किते होर नहीं झुकाया जा सकता। ये परपक्कता है जी। परपक्कता नूं कट्टड़ता दे नाल रल गड्ड ना करिया करो। कट्टड़ता की हुंदी है? किसी की धौण ते तलवार रख के कहना भी या तां मेरी गल मन ला नहीं तैनूं वड्डूंगा। जिवें औरंगजेब कहंदा या तां मुसलमान बन जा नहीं वड्डूंगा। ये कट्टड़ता है। भाव के किसी की धौण ते तलवार रख के कहना भी गल मनदा कि वड्डा हाँ। सिख कदे भी ये काम नहीं करता। क्यों? 9वें पातशाह जी ने कट्टड़ता के खिलाफ, जबर जुल्म धक्के के खिलाफ शहीदी दी। जे मनुख नूं कुछ समझाया तो जा सकता है, पर जबरदस्ती किसी नूं कुछ मनवाया नहीं जा सकता, समझाया जा सकता है। इस करके मनुख अपने विचारों प्रति सुतंत्र है। मनुखी विचारों की सुतंत्रता वास्ते, मनुखी अधिकारों की राखी करते हुए 9वें पातशाह जी ने जबर जुल्म धक्के के खिलाफ, कट्टड़ता के खिलाफ शहीदी दी।
ਸੋ ਗੁਰਸਿੱਖ ਕੱਟੜ ਤਾਂ ਹੋ ਹੀ ਨਹੀਂ ਸਕਦਾ। ਸਾਡੇ ਗੁਰੂ ਜੀ ਨੇ ਤਾਂ ਕੱਟੜਤਾ ਦੇ ਖਿਲਾਫ ਸ਼ਹਾਦਤ ਦਿੱਤੀ ਹੈ। ਸੋ ਅਸੀਂ ਪਰਪੱਕ ਜ਼ਰੂਰ ਹਾਂ। ਹੁਣ ਇਹ ਪਰਪੱਕਤਾ ਨੂੰ ਕੱਟੜਤਾ ਨਾ ਕਿਹਾ ਕਰੋ ਵੀ ਸਾਡਾ ਸੀਸ ਤਾਂ ਗੁਰੂ ਦਾ ਹੈ, ਇਹ ਨਹੀਂ ਝੁਕਦਾ ਕਿਸੇ ਬੁੱਤ ਮੂਰਤੀ ਅੱਗੇ, ਕਿਸੇ ਕਬਰ ਸਮਾਧ ਤੇ, ਕਿਸੇ ਬਾਬੇ ਪੀਰ ਤੇ। ਨਾ ਨਾ ਨਾ, ਜੇ ਝੁਕਦਾ ਹੈ ਤਾਂ ਗੁਰੂ ਦਾ ਸਿੱਖ ਨਹੀਂ। ਕਿ ਗੁਰੂ ਦਾ ਸਿੱਖ ਨਹੀਂ ਜੇ ਕਬਰਾਂ ਸਮਾਧਾਂ ਤੇ ਮੱਥੇ ਟੇਕਦਾ, ਬਾਬੇ ਪੀਰਾਂ ਤੇ ਮੱਥੇ ਟੇਕਦਾ ਜਿਹਦੇ ਜਾਂਦੇ ਨੇ, ਨਾ, ਉਹ ਗੁਰੂ ਦੇ ਸਿੱਖ ਨਹੀਂ ਹੋ। ਇਸ ਕਰਕੇ ਅਸੀਂ ਸੀਸ ਗੁਰੂ ਨੂੰ ਦੇ ਦਿੱਤਾ। ਮੱਥਾ ਟੇਕਣ ਦੇ ਪਿੱਛੇ ਸਿਧਾਂਤ ਦੀ ਗੱਲ ਚੱਲ ਰਹੀ ਹੈ ਜੀ। ਆਪਣਾ ਵਿਸ਼ਾ ਧਿਆਨ 'ਚ ਰੱਖਿਓ। ਧਰਮ ਦਾ ਸੰਬੰਧ ਮਨ ਦੇ ਨਾਲ ਹੈ। ਇੱਥੋਂ ਆਪਾਂ ਗੱਲ ਸ਼ੁਰੂ ਕਰ ਲਈ ਵੀ ਘਰੋਂ ਮਨ ਵਿੱਚ ਭਾਵਨਾ ਲੈ ਕੇ ਆਉਣੀ ਹੈ ਵੀ ਗੁਰੂ ਦੇ ਸਕੂਲ ਵਿੱਚ ਚੱਲੇ ਹਾਂ, ਸੱਚੇ ਮਨੋਂ ਮੱਥਾ ਟੇਕਣਾ। ਮੱਥਾ ਟੇਕਣ ਦੇ ਪਿੱਛੇ ਸਿਧਾਂਤ ਕੀ ਹੈ? ਆਪਣਾ ਗੁਰੂ ਨੂੰ ਸੌਂਪ ਦਿੱਤਾ, ਗੁਰੂ ਜੀ ਦਾ ਵਚਨ ਮੰਨਣ ਦਾ ਪ੍ਰਣ ਕਰ ਲਿਆ, ਸੀਸ ਗੁਰੂ ਨੂੰ ਦੇ ਦਿੱਤਾ। ਤੇ ਸੀਸ ਮੁੜ ਕੇ ਕਿਤੇ ਨਹੀਂ ਝੁਕੂਗਾ, ਇਹ ਦ੍ਰਿੜ ਕਰ ਲਓ। ਨਾਲ ਨਾਲ ਮੱਥਾ ਟੇਕਣ ਦਾ ਇਹ ਵੀ ਭਾਵ ਹੈ ਕਿ ਗੁਰਬਾਣੀ ਤੋਂ ਬਿਨਾਂ ਗੱਲ ਨਹੀਂ ਅਸੀਂ ਮੰਨਦੇ ਕਿਸੇ ਦੀ। ਸਾਡਾ ਬੇਸ, ਸਾਡਾ ਆਧਾਰ ਰੂਹਾਨੀ ਸੰਵਿਧਾਨ ਕਹਿ ਲਓ। ਸਾਡੇ ਸਤਿਗੁਰੂ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਲਟ ਅਸੀਂ ਕਿਸੇ ਗੱਲ ਨੂੰ ਮੰਨਦੇ ਹੀ ਨਹੀਂ। ਹੁਣ ਲੱਗ ਗਿਆ ਪਤਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਕੀ ਅਰਥ ਹੈ? ਕਿ ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਕਹਿ ਲਓ, ਗੁਰਬਾਣੀ ਦੇ ਸਟੈਂਡਰਡ ਤੇ ਕਹਿ ਲਓ, ਗੁਰਬਾਣੀ ਦੀ ਸਿੱਖਿਆ ਤੇ ਪੂਰੀ ਨਹੀਂ ਉਤਰਦੀ, ਅਸੀਂ ਨਹੀਂ ਮੰਨਦੇ। ਭਾਵੇਂ ਜਿਹੜੇ ਮਰਜ਼ੀ ਗ੍ਰੰਥ ਵਿੱਚ ਲਿਖੀ ਹੈ, ਜਿਹੜੇ ਮਰਜ਼ੀ ਬਾਬੇ ਨੇ ਲਿਖੀ ਹੈ, ਜਿਹੜੇ ਮਰਜ਼ੀ ਵਿਦਵਾਨ ਨੇ ਲਿਖੀ ਹੈ, ਗੁਰਬਾਣੀ ਤੋਂ ਉਲਟ ਅਸੀਂ ਗੱਲ ਨੂੰ ਮੰਨਦੇ ਹੀ ਨਹੀਂ ਕਿਸੇ ਨੂੰ। ਬੋਲੋ ਸਤਿਨਾਮ। ਇਹੀ ਅਰਥ ਹੈ ਨਾ ਜੀ ਗੁਰੂ ਗ੍ਰੰਥ ਸਾਹਿਬ ਗੁਰੂ ਮੰਨਣ ਦਾ। ਜੇ ਅਸੀਂ ਗੁਰਬਾਣੀ ਤੋਂ ਉਲਟ ਗੱਲਾਂ ਮੰਨਦੇ ਹਾਂ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ? ਅਸੀਂ ਨਹੀਂ ਕਿਸੇ ਗੱਲ ਨੂੰ ਮੰਨਦੇ। ਉਹ ਗੱਲ ਅਸੀਂ ਮੰਨਦੇ ਹਾਂ ਜਿਹੜੀ ਗੁਰਬਾਣੀ ਦੇ ਗਿਆਨ ਤੇ ਫਿੱਟ ਰਹਿੰਦੀ ਹੈ। ਯਾਦ ਰੱਖਿਓ ਇਸ ਗੱਲ ਨੂੰ। ਪ੍ਰਮਾਣ ਲੈ ਲਓ ਬਾਣੀ ਦਾ। ਸਭ ਸੈ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕੱਖ ਨਹੀਂ ਵਧਾਉਣਾ ਸਗਲੀ ਸ਼ਾਰ। ਸਾਰਿਆਂ ਤੋਂ ਉੱਪਰ ਕੀ ਹੈ? ਗੁਰ ਸ਼ਬਦ ਦੀ ਵਿਚਾਰ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕੱਖ ਨਹੀਂ ਵਧਣਾ। ਹੋਰ ਗੱਲਾਂ ਬਾਤਾਂ ਨਾ ਮੰਨਿਆ ਕਰੋ। ਅਸੀਂ ਹੋਰ ਗੱਲਾਂ ਬਾਤਾਂ ਨੂੰ ਨਹੀਂ ਮੰਨਦੇ। ਹੋਰ ਕੱਖ ਨਹੀਂ ਵਧਣਾ ਸਗਲੀ ਸ਼ਾਰ, ਸਭ ਸਵਾਹ ਹੈ। ਇਸ ਕਰਕੇ ਸਵਾਹ ਨਹੀਂ ਫੱਕਣੀ। ਝੂਠੀਆਂ ਕਹਾਣੀਆਂ ਦੀ, ਗੱਪ ਕਹਾਣੀਆਂ ਦੀ, ਧਰਮ ਦੇ ਨਾਂ ਤੇ ਬੜੇ ਗੱਪ ਚੱਲਦੇ ਹੈ, ਬੜੀਆਂ ਝੂਠੀਆਂ ਕਹਾਣੀਆਂ ਚੱਲਦੀਆਂ, ਬੜਾ ਕੁਝ ਚੱਲਦਾ ਹੈ। ਅਸੀਂ ਕਹਾਣੀਆਂ ਦੀ ਸਵਾਹ ਨਹੀਂ ਫੱਕਣੀ। ਅਸੀਂ ਤਾਂ ਗੁਰਬਾਣੀ ਦੇ ਗਿਆਨ ਅੰਮ੍ਰਿਤ ਨੂੰ ਪੀਣਾ ਹੈ। ਗਿਆਨ ਅੰਮ੍ਰਿਤ ਪੀਤਾ ਕਿਵੇਂ ਜਾਂਦਾ ਹੈ? ਗੁਰਬਾਣੀ 'ਚ ਹੀ ਦੱਸਿਆ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਭਾਵਨਾ ਰੱਖਣੀ ਹੈ ਕਿ ਜਦੋਂ ਸ਼ਬਦ ਦੀ ਵਿਚਾਰ ਸ਼ੁਰੂ ਹੋ ਗਈ, ਗੁਰ ਉਪਦੇਸ਼, ਤਾਂ ਇਹ ਭਾਵਨਾ ਰੱਖਣੀ ਹੈ ਕਿ ਅੰਮ੍ਰਿਤ ਦੀ ਧਾਰਾ ਵਰਸਣ ਲੱਗ ਗਈ। ਕਿਹੜੇ ਅੰਮ੍ਰਿਤ ਦੀ? ਗਿਆਨ ਅੰਮ੍ਰਿਤ। ਗਿਆਨ ਅੰਮ੍ਰਿਤ, ਗਿਆਨ ਅੰਮ੍ਰਿਤ ਨੂੰ ਪੀਣਾ ਕਿਹਨੇ ਹੈ? ਮਨ ਨੇ। ਮਨ ਨੇ। ਜਦੋਂ ਗੁਰਬਾਣੀ ਦੀ ਵਿਚਾਰ ਸ਼ੁਰੂ ਹੋ ਗਈ, ਇਹ ਭਾਵਨਾ ਰੱਖਣੀ ਹੈ ਕਿ ਗਿਆਨ ਅੰਮ੍ਰਿਤ ਦੀ ਵਰਖਾ ਹੋਣ ਲੱਗ ਗਈ, ਅੰਮ੍ਰਿਤ ਦੀ ਧਾਰਾ ਵਰਸਣ ਲੱਗ ਗਈ। ਕਿਵੇਂ? ਝਿਮ ਝਿਮ। ਝਿਮ ਝਿਮ ਦਾ ਅਰਥ ਕੀ ਹੁੰਦਾ? ਜਿਵੇਂ ਕਿ ਉਦਾਹਰਨ ਲੈ ਲਓ, ਉਹ ਜਲਦੀ ਪਕੜ 'ਚ ਆ ਜਾਣੀ ਹੈ ਗੱਲ। ਜਿਵੇਂ ਕਿ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ,
मट्ठा मट्ठा टिकमा टिकमा, एक एक बूंद धरती विच समाउंदी जाती है, एक एक बूंद धरती पींदी जाती है, क्योंकि बादशाही की झिम झिम हो रही है। झिम झिम का अर्थ होता है मट्ठा मट्ठा टिकमा टिकमा। इसे तरह हुण उदाहरण असीं गल समझ गए ना, झिम झिम का अर्थ। इसे तरह जो शब्द की विचार होंदी है, भावना रखनी है भी अमृत की धारा का टिकमा टिकमा, मट्ठा मट्ठा ज्ञान अमृत का मींह पैण लग गया कि ਜਿਹੜੇ ध्यान ला के सुन रहे हैं उन्हों का मन रब्बी बाणी के ज्ञान अमृत नूं पी रहा है। झिम झिम वरस है अमृत धारा, मन पीवै सुन शब्द विचार। शब्द की विचार द्वारा जिहड़ा साडा मन है ये ज्ञान अमृत नूं पींदा है। जिस मन ने रब्बी बाणी के ज्ञान अमृत नूं पी लिया तो मजबूत हो गया, वो नहीं डोलता। ज्यों मंदिर को थम है थमन ते होर का शब्द मन है स्थमन। जिमें कि मकान नूं थम का सहारा हुंदा है, थम कह लो, थमड़ा कह लो, पिलर कह लो, इसी तरह साडे मन नूं गुर शब्द का सहारा है। गुरबाणी के ज्ञान सहारे ही मन मजबूत होंदा है, क्योंकि मन की खुराक की है सच्चा ज्ञान। तन की खुराक भोजन है, सही भोजन ना मिले तन कमजोर हो जाता है, सही ज्ञान ना मिले तो मन कमजोर हो जाता है। कमजोर होया मन डिकडोले खाई जाता है। कमजोर होए मन की निशानी की है, कच्चे धागे का सहारा भालता है। हुण मान लो किसी भैन भरा ने कच्चा धागा बन्निया होया लाल जा काला जा पीला जा, ਇਹਦਾ कित्थों निशानी की है भी मन डोलिया होया भी धाग्या मैं तो ही नहीं किसी काम का, तू बजाई तू करी कोई रखिया। बोलो सतनाम, सिद्ध हो गया ना। जिन्हें तवीती पाई है वह मन डोलिया होया है, कच्चे सहारे लभदा है। ये निशानियां होंदियां ने, याद रखियो भी क्यों मन क्यों डोलदा है, क्यों तवीतियां धाग्यां के सहारे भालदा है, क्योंकि उन्हें ज्ञान का सहारा नहीं मिलिया। कि धागा किसी की राखी नहीं करता, तवीतियां किसी की राखी नहीं करदियां ना। राखा तो एको ही है, राखा एको ही है। ये पंक्ति भी पढ़ लो।
सहारे मजबूत हुंदा है। विषय नूं ध्यान विच रखियो जी, धर्म का संबंध मन दे नाल है। हुण देखो गुरु जी ने ज्ञान दे दिता, एक शब्द आपां नाल होर ले लिया, जो शुरू शब्द पढ़िया सी फिर घर वैसो हरजन प्यारे, उस समाप्ति तक आपां विचार करते हैं। तां कि हुण इह भैरों महिला 5वां दा पाठ है। देखो गुरु जी ने ये उपदेश दृढ़ करवा दिता भी कोई है राखा। हुण जिन्हां नूं ज्ञान नहीं, मान लो किसी भैन नूं पुछीए भी भैन जी इलाज आ धागा जा की बन्ने है, ये तो वीर जी रख है ना, दसो रख दसदी है कि कच्चा धागा राखी कर दो। किसी नौजवान नूं पुछीए भी तबीती जी काते पाई है, कहती राखी करदी है, राखी करदी है, तबीतियां राखी करनी नहीं भाई, राखा तो कोई है, राखा एक हमारा स्वामी सकल घटा का अंतरजामी, जो सारे के दिलों को जानता है, जिन्हें गल दृढ़ कर ली। इस पूरे शब्द में गुरु जी ने एक उपदेश दृढ़ कराता, एको ही रख है, जिन्हें दृढ़ कर लिया वो बख्शिशां कड्डियां होंदियां। तुहानूं पता है इस गल का भी रहाओ की पंक्ति शब्द का केंद्री भाव होंदा है। सो जिन्हें उपदेश दृढ़ कर लिया रखा एक हमारा स्वामी, उसकी बख्शिश पहली बख्शिश की है ऊठ सुखिया बैठ सुखिया। जिन्हों ने परमात्मा को अपना राखा दृढ़ कर लिया वो उठते बहते सुखी हो गए। उठते बहते का भाव है जिंदगी जिथे भी विचरते हैं वो सुखी है, क्योंकि उन्होंने मन च भावना बन गई मेरा मालक मेरे नाल है। निरभौ संग तुम्हारे वास्ते, डर कहाँ से आया, डर कितों आ गया? डर तो अज्ञानता के कारण है। इस करके ऊठत सुखिया बैठत सुखिया, भौ नहीं लग गया ਜਾਂ ऐसे बुझिया। ਉਹਨੂੰ कोई डर नहीं लगता जिसने इस तरह समझ लिया। किस तरह राखा एक हमारा स्वामी, हर पंक्ति ना केंद्री भाव लाना होंगे ना। जिन्हें समझ लिया भी कोई राखा है ਉਹਨੂੰ कोई डर नहीं लगता, वो तो भाई सुखी हो गए। जे सुखी होना तो गुरु का उपदेश दृढ़ कर लो, जे थां थां ते भटकना तो किसी की मर्जी। अभी तो जो गुरु जी कहते हैं होका मार जाना है। इस करके ऊठत सुखिया बैठत सुखिया, भौ नहीं लग गया ਜਾਂ ऐसे बुझिया। ये शब्द का पहला बंदा है। अगे रहाओ का बंदा आ गया, राखा एक हमारा स्वामी सकल घटा का अंतरजामी। रहाओ ब्रैकेट की डंडियां दे विच फिर एक आ गया, भाव एक रहाओ का पद है। फिर अगे शब्द का दूजा बंद आ गया, सोए अचिंता जाग अचिंता, जहां कहाँ प्रभ वो बरतनता। वो बेफिक्र होके सौंदे है जिन्होंने राखा एक हमारा स्वामी ये दृढ़ कर लिया। उन्होंने बेफिक्री नींद आती है, बेफिक्री साउंड स्लीप सुपने रहत नींद। सोए जाग अचिंता, जो जाग आती है उदों भी बेफिक्र होंगे है। तो जो टुटे होंगे ने उन्होंने जो जाग आती है जस्सा जा होंगे जी। मैनू बथेरी मिलते हैं दवाना जी, कई भैन भरा भाई साहब दवाई लिखो जी काहदी, वो जो जाग आती है ना जी खोरा जा लग्या पिया होंदा है जी, लिस्सा लिस्सा जा होंदा है। आए जे लगता कितने कुछ हो ही ना जाए, अज भी बंब चलता है कि मन कमजोर हो गया। कहते ऐ जे लगी जाता कितने कुछ हो ही ना जाए, अज किवें जे लगता है, घबराहट जी करती होंदी है। हाँ हालत है। पर जिन्हें गुरु का उपदेश दृढ़ कर लिया वो बेफिक्री नींद सौंदे हैं तो बेफिक्री जागते हैं। सोए अचिंता जाग अचिंता, क्योंकि उन्होंने गुरु ज्ञान ने सोझी करवा दी कि जहां कहाँ पर तू बरतनता, जहां कहाँ जिथे किथे भाव हर थां ते मालक जी तुसीं ही वरत रहे हो। जहां कहाँ पर तू बरतनता शब्द का तीजा बंद है, घर सुख वसिया बाहर सुख पाया, कहो नानक गुर, गुर से थोड़ा रोकना है, कहो नानक गुर मंत्र दृढ़ाया। राय हुशियारी है, दसना पैंदा है भी बड़े गहरे अर्थ होंगे ने लगा मंत्रों के। गुरु ने उपदेश दृढ़ करवा दिता कि राखा एक हमारा स्वामी। इस पूरे शब्द का मंत्र की है, राखा एक हमारा स्वामी। मंत्र का अर्थ है गुरु नानक घर में उपदेश लिखना खाजो किथे। इस करके बाणी मंत्र महापुरखण की मन ही उतारन मानको। गुरबाणी के अर्थ गुरबाणी से खुल जाते हैं, गुर की बाणी गुर से जाती। सच मंत्र तुम्हारा अमृत बाणी, अमृत बाणी ये सतपुरुषों का एक एक जो वचन है ये सच्चा मंत्र है।
भाव जिन्हें गुरु के सच्चे प्रति हूँ दृढ़ कर लिया, घर सुख वसिया बाहर सुख पाया। ਉਹਦੇ ਹਿਰਦੇ ਘਰ ਵਿੱਚ ਵੀ ਸੁੱਖ ਆ ਕੇ ਵਸ ਗਿਆ। ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਘਰ ਵਿੱਚ ਹਿਰਦੇ ਘਰ ਵਿੱਚ ਵੀ ਸੁੱਖ ਆ ਗਿਆ ਤੇ ਸੰਸਾਰ 'ਚ ਵਿਚਰਦਿਆਂ ਵੀ ਸੁਖੀ ਹੈ ਬਾਹਰੀ ਰੂਪ 'ਚ, ਤੇ ਉਹਦੇ ਹਿਰਦੇ ਘਰ ਵਿੱਚ ਵੀ ਸੁੱਖ ਹੈ। ਉਹਨੂੰ ਆਤਮਿਕ ਸੁੱਖ ਵੀ ਮਿਲ ਗਿਆ ਤੇ ਬਾਹਰੀ ਸੰਸਾਰ 'ਚ ਵੀ ਉਹ ਸੁਰਖਰੂ ਹੋ ਗਿਆ, ਬੇਪਰਵਾਹ ਹੋ ਗਿਆ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਨਾਨਕ ਬਾਬਾ ਜੀ ਪੰਜਵੇਂ ਸਰੂਪ 'ਚ ਕਹਿੰਦੇ ਗੁਰੂ ਜੀ ਨੇ ਇਹ ਉਪਦੇਸ਼ ਦ੍ਰਿੜ ਕਰਵਾ ਦਿੱਤਾ, ਕਿਹੜਾ? ਰੱਖਾਂ ਇੱਕ ਹਮਾਰਾ स्वामी। ਕਿੰਨਾ ਮਜ਼ਬੂਤ ਹੋ ਗਿਆ ਦੇਖੋ ਮਨ ਜੇ ਗੁਰੂ ਦੇ ਗਿਆਨ ਨੂੰ ਸਮਝੇ। ਇਹ ਤਾਂ ਗੱਲ ਕਿੱਥੇ ਚੱਲਦਾ ਸੀ, ਜੇ ਆਪਾਂ ਵਿਸ਼ੇ ਵੱਲ ਆਈਏ ਕਿ ਮਨ ਨੇ ਸੱਚੇ ਗਿਆਨ ਦੇ ਰਾਹੀਂ ਮਜ਼ਬੂਤ ਹੋਣਾ ਹੈ। ਭਰਮ ਪਾਉਣ ਵਾਲਿਆਂ ਕੋਲ ਨਾ ਜਾਇਆ ਕਰੋ, ਭਰਮ ਕੱਟਣ ਵਾਲਾ ਇੱਕੋ ਹੀ ਹੈ, ਗੁਰੂ ਸਾਹਿਬ। ਪਰ ਬਹੁਤੀ ਦੁਨੀਆ ਕਿਉਂ ਭਟਕਦੀ ਫਿਰਦੀ ਹੈ? ਕਿਉਂਕਿ ਬਹੁਤੀ ਦੁਨੀਆ ਭਰਮ ਪਾਉਣ ਵਾਲਿਆਂ ਕੋਲੇ ਜਾਂਦੀ ਹੈ, ਚੀਲੇ ਚਾਪਟਿਆਂ ਕੋਲੇ, ਬੂਬਣਿਆਂ ਕੋਲੇ, ਜੋਤਸ਼ੀਆਂ ਕੋਲੇ। ਇਹ ਭਰਮ 'ਚ ਪਾ ਦੇਣ ਕੇ ਇਹਨਾਂ ਦਾ ਇੱਕੋ ਹੀ ਕੰਮ ਹੁੰਦਾ ਹੈ, ਕਿਵੇਂ ਕਿਸੇ ਨੂੰ ਭਰਮ ਦੇ ਵਿੱਚ ਪਾ ਕੇ ਲੁੱਟਣਾ ਹੈ। ਇਹ ਭਰਮ ਗਿਆਨੀ ਹੁੰਦੇ ਨੇ, ਭਾਵ ਇਹਨਾਂ ਕੋਲ ਕਿਹੜਾ ਗਿਆਨ ਹੁੰਦਾ ਹੈ ਵੀ ਕਿਸੇ ਨੂੰ ਭਰਮ ਦੇ ਵਿੱਚ ਪਾਉਣਾ ਕਿਵੇਂ। ਇਹ ਵੀ ਇਹਨਾਂ ਦਾ ਕਾਫੀ ਤਜਰਬਾ ਹੁੰਦਾ ਹੈ ਨਾ। ਇਹ ਭਰਮ ਗਿਆਨੀਆਂ ਤੋਂ ਬਚੋ, ਚੀਲੇ ਚਾਪਟਿਆਂ ਤੋਂ, ਬੂਬਣਿਆਂ ਤੋਂ, ਜੋਤਸ਼ੀਆਂ ਤੋਂ, ਵਾਸਤੂ ਸ਼ਾਸਤਰ ਵਾਲੇ ਟੋਲਿਆਂ ਤੋਂ। ਇਹ ਬੜੇ ਮਾਹਰ ਹੁੰਦੇ ਨੇ ਵੀ ਕਿਸੇ ਨੂੰ ਭਰਮ 'ਚ ਪਾ ਕੇ ਕਿਵੇਂ ਲੁੱਟਣਾ ਹੈ। ਭਰਮ ਗਿਆਨੀ ਵਾਸਤੇ ਵੀ ਥੋੜੀ ਬਹੁਤੀ ਤਾਂ ਪ੍ਰੈਕਟਿਸ ਕਰਨੀ ਪੈਂਦੀ ਹੈ ਨਾ, ਹਰ ਕੰਮ ਦਾ ਤਜਰਬਾ ਤਾਂ ਹੁੰਦਾ ਹੀ ਆ ਨਾ। ਇਸ ਕਰਕੇ ਭਰਮ ਕੱਟਦੇ ਨੇ ਆਪਣੇ ਗੁਰੂ ਜੀ। ਜਦੋਂ ਭਰਮ ਕੱਟੇ ਗਏ ਮਨ ਟਿਕਾ ਵਿੱਚ ਆ ਗਿਆ। ਜਿੰਨੀ ਦੇਰ ਮਨ ਵਿੱਚ ਭਰਮ ਹੈ, ਮਨ ਕਮਜ਼ੋਰ ਹੈ, ਡਿਕਡੋਲੇ ਖਾਈ ਜਾਂਦਾ। ਗੱਲ ਚੱਲ ਗਿਆ ਮਨ ਦੇ ਉੱਤੇ, ਕਿਉਂਕਿ ਧਰਮ ਦਾ ਸੰਬੰਧ ਮਨ ਦੇ ਨਾਲ ਆ। ਦੀਗਣ ਡੋਲਾ ਤਾਊ ਲਊ ਜੋ ਮਣ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਕੀਨੇ ਵਿਸਰਾਮਾ। ਇੱਕ ਪ੍ਰਮਾਣ ਹੋਰ ਆ ਗਿਆ, ਯਾਦ ਰੱਖ ਲਿਓ। ਉਨੀ ਦੇ ਡਿਕਡੋਲੇ ਖਾਂਦੇ ਹਾਂ, ਡੀਗਣ ਡੋਲਾ ਤਾਊ ਲਊ ਜੋ ਮਣ ਕੇ ਭਰਮਾ। ਜਿੰਨੀ ਦੇਰ ਸਾਡੇ ਮਨ 'ਚ ਭਰਮ ਹੈ, ਜਿੰਨੀ ਦੇਰ ਭਰਮ ਹੈ ਸਾਡੇ ਮਨ ਵਿੱਚ, ਡਿਕਡੋਲੇ ਖਾਂਦੇ ਹਾਂ। ਭਰਮ ਕਾਟੇ ਗੁਰ ਆਪਣੇ, ਆਪਣੇ ਗੁਰੂ ਜੀ ਨੇ ਭਰਮ ਕੱਟ ਦਿੱਤੇ ਆ ਸਾਰੇ। ਕੀਨੇ ਵਿਸਰਾਮਾ, ਫਿਰ ਮਨ ਨੇ ਵਿਸ਼ਰਾਮ ਕਰ ਲਿਆ। ਵਿਸ਼ਰਾਮ ਕਹਿ ਲਓ, ਟਿਕਾ ਕਹਿ ਲਓ, ਸ਼ਾਂਤੀ ਕਹਿ ਲਓ। ਕਿਉਂਕਿ ਟਿਕਿਆ ਹੋਇਆ ਮਨ ਸ਼ਾਂਤ ਹੁੰਦਾ, ਸੁਖੀ ਹੁੰਦਾ। ਭਟਕਦਾ ਮਨ ਦੁਖੀ ਹੁੰਦਾ, ਅਸ਼ਾਂਤ ਹੁੰਦਾ। ਇਸ ਕਰਕੇ ਜੇ ਚਾਹੁੰਦੇ ਹੋ ਭਾਈ ਸ਼ਾਂਤੀ ਆ ਜੇ, ਟਿਕਾ ਆ ਜਾਵੇ, ਤਾਂ ਗੁਰੂ ਦਾ ਬਚਨ ਮੰਨ ਲਓ, ਗੁਰਬਾਣੀ ਦੇ ਗਿਆਨ ਨੂੰ ਮੰਨ ਲਓ। ਗੁਰਬਾਣੀ ਗਿਆਨ ਦੇ ਸਹਾਰੇ ਮਨ ਮਜ਼ਬੂਤ ਹੋ ਜਾਂਦਾ। ਗੁਰ ਕਾ ਸ਼ਬਦ ਮਨ ਕੇ ਅਸਥਾਮਾ। ਇਸ ਕਰਕੇ ਧਰਮ ਦਾ ਸੰਬੰਧ ਮਨ ਦੇ ਨਾਲ ਹੈ। ਮਜ਼ਬੂਤ ਮਨ ਹੀ ਧਰਮ ਕਮਾ ਸਕਦਾ ਹੈ। ਜੇ ਮਨ ਮਜ਼ਬੂਤ ਹੈ ਤਾਂ ਤਨ ਦੇ ਨਾਲ ਉਹ ਕਰਾਂਗੇ ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਆ। ਇਸ ਕਰਕੇ ਅਸੀਂ ਮਨ ਕਰਕੇ ਧਰਮੀ ਬਣਨਾ ਹੈ। ਤੀਜਾ ਨੁਕਤਾ ਹੋ ਗਿਆ ਆਪਣਾ ਪੂਰਾ। ਮੱਥਾ ਟੇਕਣ ਦੇ ਪਿੱਛੇ ਸਿਧਾਂਤ ਕੀ ਹੈ ਸਮਝ ਲਿਆ ਕਿ ਜੇ ਥਾਂ ਥਾਂ 'ਤੇ ਮੱਥੇ ਟੇਕਦੇ ਹਾਂ, ਗੁਰਬਾਣੀ ਦਾ ਵਚਨ ਸੁਣ ਕੇ ਮੰਨਦੇ ਹੀ ਨਹੀਂ, ਤੇ ਮੱਥਾ ਟੇਕਣ ਦਾ ਕੀ ਹੈ? ਇਹ ਤਾਂ ਗੁਰੂ ਸਾਹਿਬ ਜੀ ਕਹਿੰਦੇ ਆ ਤੂੰ ਮੱਥਾ ਟੇਕਣ ਨੂੰ ਰਹਿਣ ਦੇ। ਪ੍ਰਮਾਣ ਲੈ ਲਓ, ਸੀਸ ਨਵਾਏ ਕਿਆ ਥੀਆ ਝਾਰਦਾ ਹੈ, ਕਸੋਤੇ ਜਾਂਹੀ ਜਿਹੜੇ ਖੋਟੇ ਦਿਲ ਲਈ ਫਿਰਦੇ ਆ। ਕਹਿੰਦੇ ਇਹੋ ਜਿਹੇ ਦੇ ਮੱਥੇ ਟੇਕਣ ਦਾ ਕੀ ਹੈ? ਗੁਰੂ ਨਹੀਂ ਦੇਖਦਾ ਤੇਰੇ ਹੱਥ 'ਚ ਕੀ ਹੈ, ਗੁਰੂ ਨਹੀਂ ਵੇਖਦਾ ਤੇਰੀ ਜੇਬ 'ਚ ਕੀ ਹੈ, ਗੁਰੂ ਵੇਖਦਾ ਤੇਰੇ ਦਿਲ ਵਿੱਚ ਕੀ ਹੈ। ਖੋਟ ਲਈ ਫਿਰਦਾ ਹੈ, ਖੋਟ ਕੱਢਣ ਨੂੰ ਤਿਆਰ ਨਹੀਂ, ਗੱਲ ਮੰਨਦਾ ਨਹੀਂ, ਤੇ ਕਹਿੰਦੇ ਮੱਥਾ ਟੇਕਣ ਦਾ ਕੀ ਹੈ? ਮੱਥਾ ਟੇਕਣ ਨੂੰ ਵੀ ਰਹਿਣ ਦੇ। ਫੈਸਲਾ ਗੁਰਬਾਣੀ ਦਾ ਇਹੋ ਜਿਹੇ ਮੱਥੇ ਟੇਕਣ ਨੂੰ ਰਹਿਣ ਦਿਓ। ਹੁਣ ਮੱਥਾ ਇੱਥੇ ਟੇਕ ਲਿਆ, ਮਿੰਟ ਨੂੰ ਕਬਰ ਤੇ ਟੇਕ ਲਿਆ, ਥੋੜੇ ਚਿਰ ਨੂੰ ਮੂੰਹ ਚੱਕ ਕੇ ਸਮਾਧ ਕੰਨੀ ਤੁਰ ਗਏ, ਕਦੇ ਮੂੰਹ ਚੱਕ ਕੇ ਗੁੱਗੇ ਕੰਨੀ ਤੁਰ ਗਏ, ਕਦੇ ਮੂੰਹ ਚੱਕ ਕੇ ਕਿਸੇ ਕੇਲੇ ਕੰਨੀ ਤੁਰ ਗਏ। ਨਾ, ਇਹ ਛੱਡ ਦਿਓ ਇਹੋ ਜਿਹਾ ਜੀਵਨ। ਥਾਂ ਥਾਂ ਤੇ ਧੂੜ ਧੁੱਪ ਧੱਕੇ ਖਾਣੇ ਛੱਡ ਦਿਓ, ਕਿਤੋਂ ਨਹੀਂ ਕੁਛ ਮਿਲਣਾ। ਇੱਕੋ ਹੀ ਹੈ ਸਭਨਾ ਜੀਆਂ ਤਾਂ ਇੱਕ ਦਾਤਾ ਸੋ ਮੈਂ ਵਿਸਰਨਾ। ਪੜ੍ਹਦੇ ਹਾਂ ਨਾ ਮੰਨ ਵੀ ਲਓ, ਪੜ੍ਹਦੇ ਹਾਂ ਮੰਨ ਵੀ ਲਓ। ਬਹੁਤ ਹੈ ਜਿਹੜੇ ਬਾਣੀ ਪੜ੍ਹ ਲੈਂਦੇ ਆ, ਚਲੋ ਬਹੁਤੇ ਤਾਂ ਪੜ੍ਹਦੇ ਵੀ ਨਹੀਂ, ਚਲੋ ਕੁਝ ਪੜ੍ਹ ਲੈਂਦੇ ਨੇ। ਚਲੋ ਜਿਹੜੇ ਪੜ੍ਹਦੇ ਨਹੀਂ ਕੰਨਾਂ ਨਾਲ ਸੁਣ ਲੈਂਦੇ ਆ, ਸੁਣ ਲਿਆ। ਕਈ ਪੜ੍ਹ ਕੇ ਜਾਂ ਸੁਣ ਕੇ ਵੀ ਨਹੀਂ ਮੰਨਦੇ, ਕਿਉਂਕਿ ਮਨ ਨਹੀਂ ਮੰਨਦਾ। ਗੱਲ ਚੱਲੀਏ ਧਰਮ ਦਾ ਸੰਬੰਧ ਮਨ ਦੇ ਨਾਲ। ਮਨ ਨੇ ਗੁਰੂ ਵਾਲੇ ਬਣਨੇ। ਜੇ ਪੜ੍ਹ ਲਿਆ ਨਾ, ਲੈ ਪੜ੍ਹ ਲੈਂਦੇ ਆਪਾਂ, ਕਿ ਨਿਗਾਹ ਮਾਰਿਓ ਵੀ ਕੀ ਮਨ ਮੰਨਦਾ ਕਿ ਨਹੀਂ। ਕਾਰਨ ਕਾਰਨ ਪ੍ਰਭ ਏਕ ਹੈ।
ਪਹਿਲਾਂ भी तुसीं बहुत वारी ये वचन पढ़िया भी हो, सुनिया भी हो। अपने मन करनी निगाह मारियो। सारे भैन भरा, सारिया मावां कह लो, भैणां धीआं वीर बजुर्ग, दुबारे पढ़ा एक बारी। कारण कारण भराओ, तुसीं भी पढ़ लो। कारण कारण भराओ, दुबारे पढ़ लो। सुस्त जी किवें लगदे हो? ठंड तो गूंजां ही पैंदियां कभी आए। कारण कारण भराओ, तुसीं भी बोल पो भी हो। कारण कारण भराओ, दूसर है नहीं दूजा कोई। गुरु ने कहता ना, मुड़ के दूजे पासे मूँह नहीं चकना। बोलो सतनाम। मैं देसी भाषा की गल करनी ना। ਹੁਣ ਜੇ ਦੂਸਰ ਨਾ ਹੀ ਕੋਈ ਦਾ ਪਾਠ ਕਰਕੇ ਮੂੰਹ ਚੱਕ ਕੇ ਤੁਰ ਗਏ ਦੂਜੇ ਪਾਸੇ ਨੂੰ, ਉਹਦਾ ਅਰਥ ਕੀ ਬਣ ਗਿਆ? ਵੀ ਕੰਨਾਂ ਨੇ ਤਾਂ ਸੁਣ ਲਿਆ ਦੂਸਰ ਨਾ ਹੀ ਕੋਈ, ਜੀਭ ਨੇ ਵੀ ਪੜ੍ਹ ਲਿਆ, ਚੰਦਰਾ ਮਨ ਨਹੀਂ ਮੰਨਿਆ। ਚੰਦਰਾ ਮਨ ਕਹਿੰਦਾ ਨਹੀਂ ਜੀ ਸਾਰਾ ਕੁਝ ਹੀ ਹੈਗਾ। ਬੋਲੋ ਸਤਨਾਮ। ਮਨ ਕਦੋਂ ਮੰਨਦਾ ਗੁਰੂ ਨੂੰ? ਨਿਗਾਹ ਮਾਰੋ ਆਪਣੇ ਕੰਨੀ। ਗੁਰੂ ਵਾਲਾ ਕਿਹਨੇ ਬਣਨਾ ਹੈ? ਗੁਰੂ ਤਨ ਨੇ ਗੁਰੂ ਵਾਲੇ ਬਣਨਾ ਹੈ। ਤਨ ਕੀ ਗੁਰੂ ਵਾਲਾ ਬਣ ਜੂ? ਗੁਰੂ ਵਾਲਾ ਬਣਨੇ ਦੇ ਵਿੱਚ ਨੇ ਬਣਨੇ। ਖਿਆਲ ਕਰੋ ਕਿ ਮਨ ਗੁਰੂ ਨੂੰ ਮੰਨਦੀ ਮੰਨਦਾ, ਵੱਡੇ ਭਾਗ ਬਹੁਤਿਆਂ ਦਾ ਨਹੀਂ ਮੰਨਦਾ। ਸਾਰੇ ਨਹੀਂ ਕਿਹਾ ਕੁਝ ਪਿਆਰ ਵਾਲੇ ਬੈਠੇ ਹੋ। ਗੁਰੂ ਜੀ ਕਹਿੰਦੇ ਦੂਸਰ ਨਾ ਹੀ ਕੋਈ। ਪੰਜ ਪ੍ਰਮਾਣ ਦੇ ਦੇ ਬਹੁਤ ਹੋ ਜਾਣਗੇ। ਪ੍ਰਮਾਣ ਤਾਂ ਅਨੇਕਾਂ ਹੀ ਆ ਬਾਣੀ 'ਚ, ਇੱਕੋ ਗੱਲ ਨੂੰ ਬਾਣੀ 'ਚ ਬਾਰ-ਬਾਰ ਲਿਖਿਆ ਹੈ। ਪੰਜ ਦੇ ਦੇ ਬਹੁਤ ਹੋ ਜਾਣਗੇ, ਯਾਦ ਰੱਖ ਲਿਓ। ਸੌਖੇ ਸੌਖੇ ਦੇ ਦੇ ਵੀ ਪ੍ਰਮਾਣ ਤਾਂ ਸਾਰੇ ਸੌਖੇ ਹੁੰਦੇ ਨੇ, ਭਾਵ ਸਹਿਜੇ ਨਹੀਂ ਯਾਦ ਰਹਿ ਜਾਣਾ ਹੀ ਕਹਿੰਦੇ ਆ। ਜਿਸ ਤਰ੍ਹਾਂ ਕਿ ਬਹੁਤ ਵਾਰੀ ਸੁਣਿਆ ਹੋਣਾ ਤੁਸੀਂ, ਸਰਬਨ ਸਾਚਾ ਇੱਕ ਹੈ, ਸਰਬਨ ਸਾਚਾ ਇੱਕ ਹੈ, ਦੂਜਾ ਤੇ ਸਿੱਟ ਦੋ ਸਾਰਾ ਹੁਣ ਘਰਾਂ ਜਾਂਦੀਆਂ। ਦੂਜਾ ਹੈ ਨਹੀਂ ਕੋਈ। ਪੱਟੋ ਬੱਤੀਆਂ, ਸਿੱਟੋ ਚੂਮੜੇ ਰੂੜੀਆਂ ਤੇ, ਤੋੜੋ ਧਾਗੇ, ਤੋੜੋ ਤੇ ਵਿੱਤੀਆਂ। ਜੇ ਮੰਨਦੇ ਹੋ ਗੁਰੂ ਨੂੰ, ਸਰਬਨ ਸਾਚਾ ਇੱਕ ਹੈ, ਦੂਜਾ ਨਾ ਹੀ ਕੋਈ। ਸਾਰੇ ਇੱਕ ਸੱਚਾ ਪ੍ਰਮਾਤਮਾ, ਦੂਜਾ ਕੋਈ ਨਹੀਂ। ਗੁਰੂ ਨਾਨਕ ਬਾਬਾ ਜੀ ਦੇ ਇੱਕ ਵਚਨ ਨੇ, ਸਭ ਦਾ ਭੋਗ ਪਾਤਾ। ਸਰਬਨ ਸਾਚਾ ਇੱਕ ਹੈ, ਦੂਜਾ ਨਾ ਹੀ ਕੋਈ। ਇੱਕ ਪ੍ਰਮਾਣ ਪੂਰਾ ਹੋ ਗਿਆ। ਦੂਜਾ ਪ੍ਰਮਾਣ ਆਪਾਂ ਪੜ੍ਹ ਹੀ ਲਿਆ। ਕਰਨ ਕਾਰਨ ਭਰਾ ਵੇਖ ਹੈ, ਦੂਸਰਾ ਨਾ ਹੀ ਕੋਈ। ਨਾਨਕ ਇਸ ਵਾਲੇ ਹਾਰ ਨੇ ਜਲ ਥਲ ਮਹੀਆ ਨਾ ਸੋਏ। ਉਸੇ ਮਾਲਕ ਤੋਂ ਸਦਕੇ ਜਾਈਏ ਜੋ ਜਲ ਥਲ ਆਕਾਸ਼ ਵਿੱਚ ਸਾਰੇ ਪਰਿਪੂਰਨ ਹੈ। ਤੀਜਾ ਪ੍ਰਮਾਣ ਰਹਿ ਰਾਸ ਚੋਂ ਲੈ ਲਓ, ਤੁਹਾਡੇ ਜਾਂ ਸੌਖੇ ਰਹਿ ਜਾਣਗੇ ਨਾ। ਤੂੰ ਦਰਿਆਓ, ਬੋਲੋ ਬੋਲੋ ਭੈਣਾਂ ਜੀ, ਰਹਿ ਰਾਸ ਪੜ੍ਹਦੇ ਹੋ। ਤੂੰ ਦਰਿਆਓ ਸਭ ਤੁਝ ਹੀ ਤੁਝ ਵੇਣਾ। ਦੂਜਾ ਇਹ ਹੈ ਨਹੀਂ, ਦੂਜਾ ਤਾਂ ਨਿਬੜ ਗਿਆ ਕੰਮ। ਰੋਜ਼ ਪੜ੍ਹਦੇ ਆ। ਦੂਜਾ ਨਾ ਹੀ ਕੋਈ ਦਾ ਪਾਠ ਕਰਨ ਵਾਲੇ ਹਾਏ ਦੂਜੇ ਪਾਸੇ ਨੂੰ ਝੁੱਕੀ ਫਿਰਦੇ ਆ। ਕਾਰਨ ਕੀ ਬਣ ਗਿਆ ਕਿ ਸੁਰਤ ਘਰ ਚੱਕ ਕੇ ਬਾਣੀ ਨਹੀਂ ਪੜ੍ਹੀ, ਐਵੇਂ ਪੜ੍ਹੀ ਜਾਂਦੇ ਆ। ਇਹ ਕਾਰਨ ਕੀ ਬਣ ਗਿਆ? ਦੂਜਾ ਨਾ ਹੀ ਕੋਈ ਦਾ ਪਾਠ ਰੋਜ਼ ਪੜ੍ਹਦੇ ਆ ਨਾ, ਫਿਰ ਦੂਜੇ ਪਾਸੇ ਨੂੰ ਕੋਈ ਚੱਕਿਆ। ਸਿੱਖਤਾ 'ਚ ਗਿਆਨ ਤੋਂ ਬਿਨਾਂ ਬਹੁਤੇ ਸਾਰੇ ਨਹੀਂ ਕਿਹਾ। ਕੁਝ ਸੋਝੀ ਵਾਲਿਓ ਆਲੂ ਵਰਗੇ ਹੋਏ ਫਿਰਦੇ ਆ, ਅਣਖ ਮਰ ਗਈ। ਆਲੂ ਵਰਗੇ ਸਮਝ ਕੇ ਵੱਢ ਕੇ ਜਿੱਥੇ ਮਰਜ਼ੀ ਪਾਣਾ, ਜਿਹੜੇ ਮਰਜ਼ੀ ਕਬਰ ਤੇ ਦੇਖਣਾ ਸਿੱਖ ਤੁਰੇ ਫਿਰਦੇ, ਸਮਾਧਾਂ ਤੇ, ਭੜਕਾਉਂਦੀਆਂ ਦੇ, ਲਾਉਣੇ ਦੇ, ਗੂਗਿਆਂ ਤੇ, ਹੋਰ ਤੇ ਦੁਬਾਰਾ ਨਿਕਲ ਜਾਂਦਾ ਤਾਂ ਉਹ ਝੱਕ ਕੇ ਢੋਲੀਆਂ ਸੇਖਰ ਤੇ ਤੁਰੇ ਫਿਰਦੇ। ਸੇਖਰ ਤੱਕ ਸਾਡਾ ਮਾਮਾ ਲੱਗਦਾ ਉਸਨੂੰ, ਉਦੋਂ ਤੁਰੇ ਫਿਰ ਢੋਲੀਆਂ ਜੱਗੇ ਤੁਰੇ ਫਿਰਦੇ। ਦੱਸੋ, ਦਿਵਾਲਾ ਹੀ ਨਿਕਲ ਗਿਆ ਸਾਡਾ ਗਿਆਨ ਤੋਂ ਬਿਨਾਂ। ਦਿਵਾਲਾ ਹੀ ਨਿਕਲ ਗਿਆ, ਦਿਵਾਲਾ ਨਿਕਲ ਗਿਆ ਸਾਡਾ ਗਿਆਨ ਤੋਂ ਬਿਨਾਂ। ਜੇ ਕੋਈ ਗਿਆਨ ਦੀ ਗੱਲ ਵੀ ਕਰੇ, ਕੁਝ ਪ੍ਰਚਾਰਕ ਕਰਦੇ ਆ, ਉਹਨੂੰ ਕਹਿਣਗੇ ਨਿੰਦਾ ਕਰਦਾ। ਕਿ ਦੱਸੋ, ਇਹ ਲੁੱਟ ਖਾਂਦੇ ਨੇ ਭਰਮਾਂ 'ਚ ਪਾ ਕੇ, ਉਹਨੂੰ ਕਹਿਣਗੇ ਸਿਆਣਾ। ਤਬੀਤ ਫੜਾ ਦੇ, ਸਵਾਹ ਦੀ ਪੂੜੀ ਫੜਾ ਦੇ, ਕਹਿੰਦੇ ਬਾਬਾ ਸਿਆਣਾ ਹੈ। ਉਹ ਭਾਈ ਆਪੀ ਸਿਆਣਾ ਜੀ, ਵੀ ਸਵਾਹ ਤੇ ਕੱਚੇ ਧਾਗੇ ਵਿਕਦੇ ਆ। ਬਹੁਤ ਸਤਨਾਮ। ਇਹਨਾਂ ਨੂੰ ਸਵਾਹ ਦੀ ਪੂੜੀ ਫੜਾ ਦੇ, ਕਹਿਣਗੇ ਬਹੁਤ ਸਿਆਣਾ। ਗਿਆਨ ਦੀ ਗੱਲ ਸੁਣਾ ਦੇ, ਆਪਾਂ ਵੀ ਤਾਂ ਔਖਾ ਜਾਇਆ ਇਹਨਾਂ ਨੇ। ਦੱਸੋ ਨਾ, ਇਸ ਕਰਕੇ ਗਿਆਨ ਤਿੱਖਾ ਹੁੰਦਾ, ਰੁੱਖਾ ਨਹੀਂ ਹੁੰਦਾ। ਤਿੱਖਾਪਨ ਹੁੰਦਾ ਸੱਚ ਦੇ ਵਿੱਚ, ਸਮਝ ਗਏ ਨਾ। ਭਾਵੇਂ ਗੁਰੂ ਦੀ ਵਚਨਾਂ ਦੇ ਟੀਕੇ ਲਾਉਂਦੇ ਨਾ ਸਾਡਾ ਰਾਜ ਕਰਨ ਵਾਸਤੇ। ਚਲੋ ਹੁਣ ਕਿੰਨੇ ਪ੍ਰਮਾਣ ਤਾਂ ਯਾਦ ਰਹਿ ਗਏ ਨਾ। ਇੱਕ ਵਾਰੀ ਫਿਰ ਬੋਲਦੇ ਦ੍ਰਿੜ ਕਰ ਲਓ, ਸਰਬਨ ਸਾਚਾ ਇੱਕ ਹੈ, ਦੂਜਾ ਨਾ ਹੀ ਕੋਈ। ਦੂਜਾ ਕਹਿੰਦਾ ਨਾ ਲੈਣ ਦੀ, ਦੂਜਾ ਕੋਈ ਨਹੀਂ ਉੱਥੇ, ਇੱਕੋ ਹੀ ਪ੍ਰਮਾਤਮਾ ਹੈ। ਕਰਨ ਕਾਰਨ ਭਰਾ ਵੇਖਿਆ, ਦੂਸਰ ਨਾ ਹੀ ਕੋਈ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ। ਕਿਤੇ ਸ੍ਰੀ ਰਾਗ ਦੀ ਵਾਰ ਵਿੱਚ ਪੜ੍ਹ ਲਓ, ਹਰ ਇੱਕ ਸਹਿਦਾ ਹੈ ਅਮਰ, ਇੱਕੋ ਹਰ ਚਿੱਤ ਧਰ। ਹਰ ਤਿਸ ਬਿਨ ਕੋਈ ਨਾ ਹੈ, ਡਰ ਭਰਮ ਭਉ ਦੂਰ ਕਰ। ਅਰਥ ਸੁਣਿਓ, ਗੁਰੂ ਨਾਨਕ ਬਾਬਾ ਜੀ ਕਹਿੰਦੇ ਇੱਥੇ ਇੱਕੋ ਹੀ ਪ੍ਰਮਾਤਮਾ ਦਾ ਹੁਕਮ ਚੱਲਦਾ। ਹਰ ਇੱਕ ਸਹਿਦਾ ਹੈ ਅਮਰ। ਅਮਰ ਦਾ ਅਰਥ ਕੀ ਹੁੰਦਾ? ਹੁਕਮ ਕਹਿ ਲਓ, ਰੱਬੀ ਕਾਨੂੰਨ ਕਹਿ ਲਓ, ਰੱਬੀ ਸਰਕਾਰ ਕਹਿ ਲਓ। ਇੱਕੋ ਹੀ ਪ੍ਰਮਾਤਮਾ ਦੀ ਸਰਕਾਰ ਇੱਥੇ ਚੱਲਦੀ। ਹਰ ਇੱਕ ਸਹਿਦਾ ਹੈ ਅਮਰ, ਇੱਕੋ ਹਰ ਚਿੱਤ ਧਰ। ਇੱਕੋ ਪ੍ਰਮਾਤਮਾ ਜਿਹਨੂੰ ਚਿੱਤ ਵਿੱਚ ਧਰ ਲਓ। ਹਰ ਤਿਸ ਬਿਨ ਕੋਈ ਨਾ ਹੈ, ਕੋਈ ਨਾ ਹੈ ਕਿ ਸਭ ਦਾ ਭੋਗ ਪਾਤਾ। ਉਸ ਪ੍ਰਮਾਤਮਾ ਤੋਂ ਬਿਨਾਂ ਇੱਥੇ ਕਿਸੇ ਦੇਵੀ ਦੇਵਤੇ ਦਾ, ਕਿਸੇ ਬਾਬੇ ਪੀਰ ਦਾ ਕੋਈ ਹੁਕਮ ਨਹੀਂ ਚੱਲਦਾ। ਸਾਡੀ ਜ਼ਿੰਦਗੀ 'ਚ ਕਿਸੇ ਦੇਵੀ ਦੇਵਤੇ, ਬਾਬੇ ਪੀਰ ਦਾ ਕੋਈ ਦਖਲ ਨਹੀਂ। ਹਰ ਤਿਸ ਬਿਨ ਕੋਈ ਨਾ ਹੈ। ਅੱਗੇ ਕੀ ਕਹਿੰਦੇ? ਡਰ ਭਰਮ ਭਉ ਦੂਰ ਕਰ।
गुरु बाबा जी कहते भाई जे तुहानूं किसी ने कोई डर भरम भापा तो दूर कर दो, चक दो सारे डर। अपने गुरु जी कहते हैं मैं तो गुरु घर का चौकीदार है, मान लो गुरु की गल नूं चक दो सारे डर। इत्थे दूजे किसी का हुक्म नहीं चलता, एक ही परमात्मा का भय मनना है जिन्होंने निर्मल भाव कहा जाता है। निर्मल भाव पाया हर गुण गाया, हर वेख्या राम हरूरे। सर्व व्यापक मालक में अपने कोल ही जानना, इनू की निर्मल भाव। ये निर्मल भाव की करता है, ज्यों बैसंतर धात शुद्ध होए त्यों हर का भाव दुरमत मैल गवाई। जिवें अग धातां नूं शुद्ध कर दिंदी है, इदां परमात्मा की होंद का भय खोटी मत की मैल नूं कढ दिंदा है। इस करके परमात्मा का भय मनो, इनू शुद्ध भय कहते हैं, आद वाला भय कहू। असल दे विच परमात्मा के भाव नूं आदब भी कह सकते हैं कि मालक का आदब रखो मन में, मेरा मालक मेरे कोल ही है। वो दूजा इत्थे कोई नहीं, डरदे मारे किसी नूं ना मनो, तो एक ही मालक परमात्मा की नाल जुड़ गए, बाणी की गल मनीए। गल चली है मन करके गुरु वाले बनीए, भाव के मन करके मन लगे जो गुरु साहब जी कहते सत्य है। धर्म का संबंध ही मन के नाल है। जे मन गुरु की गल नहीं मनता नगुरे है, जो मन ही नहीं मनता गुरु नगुरे ही है ना फिर मन के तल से। तो इस करके गुरबाणी के वचन को मनीए। इतों तक ही गल आप समझ ली, मन नाल संबंधित मन च भावना लेके आनी है, सच्चे मनों मत्था टेकना है, मन ने ही गुरबाणी का ज्ञान सुन के इशनान करना है। लोग सिर्फ तन का इशनान करके मुड़ाते हैं, मन के इशनान विरले विरले करते हैं। तन का इशनान सहयोगी है, जे किते दूर गए हो मिट्टी घट्टा पै गया मुड़ तो आ गया इशनान करते, कोई चंगी गल है माड़ी नहीं। सरीरक इशनान सहयोगी कह सकते हाँ, क्योंकि नहा के सुस्ती लह जाती है, सफाई हो जाती है। सरोवर के इशनान पिछे होर भाव भी जुड़ जाता है, एकता भाव भी। असीं तो छूत छात तूत नहीं पिठ नूं मनदे ही नहीं, असीं तो सारे एक पानी की नहा लैंदे हाँ। इदा इशनान करना वखरा विषय है, पर बहुते लोग सिर्फ तन का इशनान करके मुड़ आते हैं। गुरु के दर से आके मन का इशनान लाजमी करके जाना। तन का इशनान इच्छा है, इच्छा मुताबक। मन का इशनान जरूर करके जाना है। प्रमाण ले लो, गुरबाणी का प्रमाण नाल नाल ले चल गए। गुरबाणी में लिखिया ज्ञान महारस नहाइए भाई मन तन निर्मल होई। भाई ज्ञान का इशनान करना चाहिए कि मन से तन दोनों ही पवित्र हो जाते हैं। जो मन पवित्र हो गया ज्ञान का इशनान करके, तो तन भी पवित्र हो गया कि असीं शरीर नाल कोई बुरा काम नहीं कर सकांगे। क्योंकि जो मन पवित्र हो गया बुराइयां तो नफरत हो गई, सानू माड़े कामां दे विचों सूह आउण लग गई। जे मन पवित्र है तन दे नाल असीं कोई माड़ा काम नहीं कर सकांगे, इस करके तन पवित्र हो गया। शरीर के इशनान करके तन पवित्र नहीं हो जाता, सुच्चा नहीं हो जाता, सफाई हो जाती है। प्रमाण ले लो, सूचे यह ना आखियां बहन जे पिंडा धोए, सूचे सेई नानका जिन मन वसिया सोए। गुरु नानक बाबा जी कहते भाई जी सिर्फ शरीर धो के बैठ जाते हैं, ये पवित्र नहीं आखे जा सकते। सूचे ये ना आखियां है बहन जे पिंडा धोए, सूचे सेई नानका जिन मन वसिया सोए। गुरु नानक बाबा जी कहते भाई पवित्र तो होंगे है जिन्हों के मन विचों परमात्मा बस जाता है। भाव संबंध मन के नाल है। जे मन में मालक वस गया तो पवित्र हो गए, इशनान करके सफाई हो जाती है। इस करके गुरु के दर से आके इशनान की नहीं करने, मन ने इशनान करने, मन ने। होर प्रमाण ले लो, सतगुर है अमृत सर साचा मन नहावे मैल चुका बनिया। सतगुरु ही अमृत का सच्चा सरोवर है। सतगुर है अमृत सर साचा मन नहावे मैल चुका बनिया। जिथे आके मन इशनान करता है तो अपनी मैल नूं कढ लैंदा है। इस करके गुरु के दर से आके मन करके इशनान करना है। ज्ञान का इशनान, मन का इशनान करने वास्ते आने। बहुत ही लोग मन का इशनान तो कोई करता है, सिर्फ तन का इशनान करके मुड़ जाते हैं। मन ने हाजरी भरनी है। बहुते लोग समझ भी शरीर की हाजरी लगती है, शरीर की कोई हाजरी नहीं लगती, मन की हाजरी लगती है। कदों जो ध्यान ला के सुनते हैं गुरबाणी में, फिर गुरु के चरणों में हाजरी लगती है। प्रमाण ले लो, गुर सभा केव ना पाई है ना नेड़ा ना दूर, नानक सतगुर ता मिलै ਜਾਂ मन रहे हदूर। जे मन हजूरी में रहे तो सतगुर का मेल होंदा है। मन के तल से सतगुर मिलता है। सतगुर का नूरी स्वरूप की है सच्चा ज्ञान। पिरथी चंद को सतगुर नहीं मिलया।
ਇਸ਼ਾਰਾ ਸਮਝ ਗਏ ਨਾ ਵੀ ਚੌਥੇ ਪਾਤਸ਼ਾਹ ਜੀ ਦਾ ਪੁੱਤ ਹੈ। ਬਾਪ ਅਤੇ ਪੁੱਤ ਇੱਕੋ ਘਰ ਵਿੱਚ ਰਹਿੰਦੇ ਆ, ਤਨ ਕਰਕੇ ਕਿੰਨਾ ਨੇੜੇ ਹੈ ਧਰਤੀ ਚੰਦ, ਸਰੀਰ ਕਰਕੇ। ਤੀਜੇ ਪਾਤਸ਼ਾਹ ਦਾ ਦੋਹਤਾ ਹੈ, ਪੰਜਵੇਂ ਪਾਤਸ਼ਾਹ ਦਾ ਭਾਈ ਹੈ, ਛੇਵੇਂ ਪਾਤਸ਼ਾਹ ਦਾ ਤਾਇਆ ਹੈ। ਪਰ ਪੁੱਜਣ ਦੀ ਗੱਲ ਹੈ, ਧਰਤੀ ਚੰਦ ਨੂੰ ਸਤਿਗੁਰ ਨਹੀਂ ਮਿਲਿਆ। ਬੋਲੋ ਸਤਿਨਾਮ। ਧਰਤੀ ਚੰਦ ਨੂੰ ਨਹੀਂ ਮਿਲਿਆ ਸਤਿਗੁਰ, ਕਿਉਂਕਿ ਧਰਤੀ ਚੰਦ ਮਨ ਕਰਕੇ ਸੱਚੇ ਗਿਆਨ ਦੇ ਨਾਲ ਨਹੀਂ ਜੁੜਿਆ। ਮਨ ਕਰਕੇ ਸੱਚੇ ਗਿਆਨ ਨਾਲ ਨਹੀਂ ਜੁੜਿਆ। ਗੁਰੂ ਘਰ 'ਚ ਚਾਰ ਪਾਤਸ਼ਾਹੀਆਂ ਦੇ ਨੇੜੇ ਦੇ ਰਿਸ਼ਤੇਦਾਰ ਨੂੰ ਪਿਰਥੀਆ ਕਿਹਾ ਜਾਂਦਾ, ਮੀਣਾ ਕਿਹਾ ਜਾਂਦਾ, ਮੀਣਾ ਮੀਸਣਾ ਕਰਤੀ। ਸੋ ਹੁਣ ਲੱਗ ਗਿਆ ਪਤਾ ਕਿੱਥੇ ਮਨ ਦੇ ਤਲ ਦੇ ਉੱਤੇ ਮੇਲ ਹੁੰਦਾ ਸਤਿਗੁਰ ਦਾ। ਇਸ ਕਰਕੇ ਮਨ ਨੇ ਹਾਜ਼ਰੀ ਭਰਨੀ ਹੈ। ਧਿਆਨ ਲਾ ਕੇ ਗੁਰਬਾਣੀ ਦੇ ਉਪਦੇਸ਼ ਨੂੰ ਸੁਣਨਾ। ਭਾਵ ਜੇ ਸਾਡਾ ਮਨ ਬਾਹਰ ਹੈ, ਸੁਰਤ ਵੀ ਬਾਹਰ ਹੈ, ਕਿਉਂਕਿ ਜਿਹੜੀ ਸਾਡੀ ਸੁਰਤ ਹੈ ਇਹ ਮਨ ਦੇ ਨਾਲ ਰਹਿੰਦੀ ਹੈ। ਮਨ ਬਾਹਰ ਚਲਾ ਗਿਆ, ਸੁਰਤ ਬਾਹਰ ਚਲੀ ਗਈ। ਮਨ ਹਾਜ਼ਰ ਹੈ ਤੇ ਸੁਰਤ ਵੀ ਹਾਜ਼ਰ ਹੈ। ਸੋ ਗੱਲ ਮੁੱਕੀ, ਧਿਆਨ ਲਾ ਕੇ ਗੁਰਬਾਣੀ ਨੂੰ ਸੁਣਨਾ। ਸਮਝ ਲਓ ਤੁਹਾਡਾ ਮਨ ਹਾਜ਼ਰੀ ਭਰ ਰਿਹਾ, ਨਿਸ਼ਾਨੀ ਹੈ। ਗੁਰੂ ਦੇ ਦਰ ਤੇ ਹਾਜ਼ਰੀ ਮਨ ਨੇ ਭਰਨੀ ਹੈ, ਇਸ਼ਨਾਨ ਮਨ ਨੇ ਕਰਨਾ ਹੈ, ਮੱਥਾ ਸੱਚੇ ਮਨੋਂ ਟੇਕਣਾ ਹੈ, ਮਨ 'ਚ ਭਾਵਨਾ ਲੈ ਕੇ ਆਉਣੀ ਹੈ। ਗੁਰੂ ਦੇ ਸਕੂਲ 'ਚ ਆਏ ਹਾਂ, ਇਹ ਦੁਹਰਾ ਦਿੱਤੀਆਂ ਗੱਲਾਂ ਦ੍ਰਿੜ ਕਰ ਲਓ। ਮਨ ਨੇ ਹੀ ਗੁਰੂ ਵਾਲੇ ਬਣਨਾ ਹੈ। ਭਾਵ ਗੁਰਬਾਣੀ ਦਾ ਇੱਕ ਵਚਨ ਮਨ ਕਰਕੇ ਮੰਨਣਾ ਹੈ। ਜੇ ਮਨ ਗੁਰੂ ਦੀ ਗੱਲ ਨਹੀਂ ਮੰਨਦਾ, ਨਗੋਰੇ ਹਾਂ। ਮਨ ਕਰਕੇ ਗੁਰੂ ਦੀ ਗੱਲ। ਇਸ ਕਰਕੇ ਇੱਥੋਂ ਤੱਕ ਆਪਾਂ ਮਨ ਦੇ ਨਾਲ ਸੰਬੰਧਿਤ ਕੁਝ ਗੱਲਾਂ ਕੀਤੀਆਂ ਤੇ ਨਾਲ ਆਪਾਂ ਨੂੰ ਪਤਾ ਲੱਗਾ ਧਰਮ ਦਾ ਸੰਬੰਧ ਮਨ ਦੇ ਨਾਲ ਹੈ। ਇੱਕ ਨੁਕਤਾ ਰਹਿ ਗਿਆ ਸੰਖੇਪ, ਉਹ ਵੀ ਕਹਿੰਦੇ ਹਾਂ, ਫਿਰ ਆਪਾਂ ਸ਼ਬਦ ਦੀ ਵਿਚਾਰ ਸੰਪੂਰਨ ਕਰੀਏ। ਜੋ ਸ਼ੁਰੂ 'ਚ ਪੜ੍ਹਿਆ, ਫਿਰ ਘਰ ਵੈਸੋ ਹਰ ਜਨ ਪਿਆਰੇ। ਜਿਸ ਤਰ੍ਹਾਂ ਆਪਾਂ ਸਮਝ ਲਿਆ ਵੀ ਧਰਮ ਦਾ ਸੰਬੰਧ ਮਨ ਦੇ ਨਾਲ ਹੈ, ਵੀ ਮਨ ਨੇ ਗੁਰੂ ਵਾਲੇ ਬਣਨਾ। ਇਸ ਨੁਕਤੇ 'ਤੇ ਥੋੜ੍ਹੀ ਵਿਚਾਰ ਰਹਿ ਗਈ। ਮਨ ਨੇ ਗੁਰੂ ਵਾਲੇ ਬਣਨਾ, ਕਿਵੇਂ ਬਣਨਾ? ਪਹਿਲੀ ਗੱਲ ਤਾਂ ਗੁਰਬਾਣੀ ਦਾ ਵਚਨ ਮੰਨਣਾ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣ ਹੋ, ਗੁਰ ਸਿੱਖ ਹੋ, ਹਰ ਕਰਤਾ ਆਪ ਮਹੋ ਕਢਾਏ। ਤੇ ਜਿਹੜੇ ਇਹ ਕਕਾਰ ਨੇ ਪੰਜ ਕਕਾਰਾਂ ਦੀ ਰਹਿਤ ਨੂੰ ਵੀ ਮਨ ਵਿੱਚ ਧਾਰਨ ਕਰਨਾ। ਜੇ ਤਾਂ ਮਨ ਵਿੱਚ ਧਾਰਨ ਕਰ ਲਈ ਕਕਾਰ ਦੀ ਰਹਿਤ, ਤਾਂ ਰਹਿਤਵਾਨ ਗੁਰਸਿੱਖ ਹੈ। ਜੇ ਮਨ ਦੇ ਵਿੱਚ ਰਹਿਤ ਨੂੰ ਧਾਰਨ ਨਹੀਂ ਕੀਤਾ, ਫਿਰ ਕਿਰਪਾਨ ਕੜਾ ਪਾ ਕੇ ਵੀ ਨਗੁਰਾਈ ਹੈ। ਬੋਲੋ ਸਤਿਨਾਮ। ਤਾਂ ਸਮਝ ਲਿਓ ਗੱਲ ਨੂੰ। ਰਹਿਤ ਜ਼ਿਆਦਾ ਵਿੱਚ ਕੀ ਲਿਖਿਆ ਹੈ, ਬਰੀਕ ਗੱਲ ਸਮਝਿਓ। ਪੰਜ ਕਕਾਰ ਧਾਰਨ ਕਰਨੇ ਹੈ। ਧਾਰਨ ਦਾ ਅਰਥ ਕੀ ਹੁੰਦਾ ਹੈ? ਕਕਾਰ ਦੀ ਰਹਿਤ ਨੂੰ, ਰਹਿਤ ਕਹਿ ਲਓ, ਸਿੱਖਿਆ ਕਹਿ ਲਓ, ਇੱਕੋ ਹੀ ਗੱਲ ਹੈ। ਕਕਾਰ ਦੀ ਰਹਿਤ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਣਾ ਹੈ। ਧਾਰਨ ਦਾ ਭਾਵ ਹੁੰਦਾ ਧਰ ਕੇ ਰੱਖਣਾ, ਟਿਕਾ ਕੇ ਰੱਖਣਾ। ਰਹਿਤ ਨੂੰ ਮਨ ਵਿੱਚ ਧਾਰਨ ਕਰਨਾ। ਜਿਵੇਂ ਕਿ ਕਛਹਿਰਾ ਪਹਿਨ ਲਿਆ, ਕਛਹਿਰੇ ਦੀ ਰਹਿਤ ਕੀ ਹੈ ਕਿ ਅਸੀਂ ਆਚਰਨ ਵਿੱਚ ਪੱਕੇ ਰਹਿਣਾ। ਆਚਰਨ ਕਹਿ ਲਓ, ਕਰੈਕਟਰ ਕਹਿ ਲਓ, ਚਾਲ ਚੱਲਣ ਕਹਿ ਲਓ। ਕਛਹਿਰੇ ਦੀ ਰਹਿਤ ਨੂੰ ਮਨ ਵਿੱਚ ਧਰ ਕੇ ਜੀਵਨ ਜਿਉਣਾ ਹੈ। ਕਛਹਿਰੇ ਦੀ ਰਹਿਤ ਵਿੱਚ ਰਹਿਣਾ ਧਰਮ ਹੈ। ਜੇ ਤਨ ਤੇ ਕਛਹਿਰਾ ਪਹਿਨੇ ਪਰ ਆਚਰਨ ਹੈ ਨਹੀਂ, ਫਿਰ ਤੂੰ ਕਛਹਿਰਾ ਪਾ ਕੇ ਧਰਮੀ ਨਹੀਂ ਬਣ ਗਿਆ। ਬੋਲੋ ਸਤਿਨਾਮ। ਸੌਖੀ ਸਮਝ ਆ ਗਈ ਨਾ ਗੱਲ? ਕਛਹਿਰੇ ਦੀ ਰਹਿਤ ਵਿੱਚ ਜੀਵਨ ਜਿਉਣਾ ਹੈ। ਗੱਲ ਸਮਝਿਓ। ਤਾਂ ਸਮਝ ਲਓ ਕਛਹਿਰੇ ਦੀ ਰਹਿਤ ਮਨ ਵਿੱਚ ਧਾਰਨ ਹੋ ਗਈ। ਧਰਮ ਦਾ ਸੰਬੰਧ ਮਨ ਨਾਲ ਹੈ। ਮਨ ਨੇ ਬਣਨਾ ਗੁਰੂ ਵਾਲੇ। ਕੜਾ ਪਹਿਨ ਲਿਆ, ਇਹਦੀ ਰਹਿਤ ਨੂੰ ਮਨ ਵਿੱਚ ਧਾਰਨ ਕਰਨਾ ਹੈ ਕਿ ਜ਼ਿੰਦਗੀ 'ਚ ਬੁਰਾ ਕੰਮ ਨਹੀਂ ਕੋਈ ਕਰਨਾ। ਹੱਥਾਂ ਦਾ ਬੜਾ ਰੋਲ ਹੈ। ਤੇ ਵਹਿਮਾਂ ਭਰਮਾਂ ਤੋਂ ਮੁਕਤੀ। ਵਹਿਮਾਂ ਭਰਮਾਂ ਤੋਂ ਮੁਕਤੀ। ਅਸੀਂ ਕਿਸੇ ਵਹਿਮ ਭਰਮ ਨੂੰ ਨਹੀਂ ਮੰਨਦੇ। ਕਈ ਤਾਂ ਕੜੇ ਵੀ ਪਾਈ ਫਿਰਦੇ ਆ, ਲਾਲ ਜੇ ਧਾਗੇ ਜਿਹੇ ਵੀ ਬੰਨੀ ਫਿਰਦੇ ਆ। ਕੋਈ ਕਾਲਾ ਧਾਗਾ ਬੰਨੀ ਫਿਰਦਾ ਜਲੂਸ ਕਰਤਾ। ਜੇ ਕਿਸੇ ਨੇ ਧਾਗਾ ਧੁੱਗਾ ਬੰਨਿਆ, ਤੋੜ ਕੇ ਸਿੱਟ ਦਿਓ, ਤਾਂ ਹੀ ਫਾਇਦਾ ਹੁੰਦਾ ਸਮਾਗਮ ਰੱਖਿਆ ਦਾ। ਇਸ ਕਰਕੇ ਕੜੇ ਦੀ ਰਹਿਤ ਵਿੱਚ ਆਓ, ਵਹਿਮ ਭਰਮ ਛੱਡੀਏ ਤੇ ਜ਼ਿੰਦਗੀ 'ਚ ਇਹਨਾਂ ਹੱਥਾਂ ਨਾਲ ਬੁਰਾ ਕੰਮ ਨਹੀਂ ਕੋਈ ਕਰਨਾ, ਪਵਿੱਤਰ ਕੰਮ ਕਰਨੇ। ਕੇਸਾਂ ਦੀ ਰਹਿਤ ਨੂੰ ਮਨ ਵਿੱਚ ਧਰ ਕੇ ਰੱਖੀਏ ਕਿ ਮਾੜੇ ਕੰਮਾਂ ਤੋਂ ਸ਼ਰਮ ਖਾਣੀ ਹੈ, ਬੰਦਗੀ ਕਰਨੀ ਹੈ। ਜੇ ਦਾੜਾ ਸ਼ਰਾਬ ਨਾਲ ਹੀ ਭਿੱਜ ਗਿਆ, ਇਹੋ ਜਿਹੇ ਦਾੜੇ ਦਾ ਕੀ ਹੈ? ਜੋ ਸ਼ਰਮ ਤਾਂ ਹੈ ਨਹੀਂ। ਬੋਲੋ ਦਾ ਫਿਰ ਦਾੜੇ ਦਾ ਕੀ ਹੈ? ਜੇ ਸ਼ਰਾਬ ਪੀ ਕੇ ਦਸਤਾਰ ਗਿੱਟਿਆਂ 'ਚ ਪੈਂਦੀ ਫਿਰਦੀ ਹੈ, ਇਹੋ ਜਿਹੀ ਦਸਤਾਰ ਦਾ ਕੀ ਹੈ? ਕਈ ਤਾਂ ਮੈਂ ਇਹੋ ਜਿਹੇ ਬੇਸ਼ਰਮ ਵੀ ਦੇਖੇ ਹੈ, ਪੀਣ ਤੋਂ ਪਹਿਲਾਂ ਟੇਬਲ 'ਤੇ ਲਾ ਕੇ ਰੱਖ ਦਿੰਦੇ ਆ, ਕਹਿੰਦੇ ਰਹਿਣੀ ਤਾਂ ਹੈ ਨਹੀਂ, ਜਦੋਂ ਪਹਿਲਾਂ ਹੀ ਲਾ ਦੇਣਗੇ। ਬੋਤਲ ਦੇ ਬਰਾਬਰ ਹੀ ਦਸਤਾਰ ਲਾਹੀ ਲਾ ਕੇ ਰੱਖੀ ਬੈਠੀ, ਕਹਿੰਦੇ ਰਹਿਣਾ ਤਾਂ ਹੈ ਨਹੀਂ, ਕਹਿੰਦੇ ਪਹਿਲਾਂ ਹੀ ਲਾ ਦੇਣਾ ਤਾਂ। ਇਹੋ ਜਿਹੀ ਦਸਤਾਰ ਦਾ ਕਿ ਆਪਾਂ ਆਮ ਨਹੀਂ ਕਹਿੰਦੇ ਦੇਖੀ ਹੋਏ ਪੱਗ ਨੂੰ ਲਾ ਜਾਣਾ ਲਾ ਦੇ। ਇਸ ਇਲਾਜ ਦਾ ਤਾਂ ਆ ਜਾ ਠੀਕ ਹੈ। ਤਾਂ ਤੇ ਇਸ ਕਰਕੇ ਤਾਂ ਹੀ ਭਾਈ ਜੀ ਜੁੜੇ ਹੋਏ ਆ ਸੇ ਦਾੜੀਆਂ
बोलो बाणी से दाड़ियां सच्चियां जे गुरचरनी लगाना हर प्रमाण बाणी चो दिता तुहानूं वो दाड़ियां सच्चियां भाई जे गुरु के चरणों नाल जुड़े हैं। गुरु के चरणों नाल जुड़दा पर गुरु के उपदेश नाल जुड़ के जिउणा, क्योंकि हृदय चरण शब्द सतगुर को नानक बंधे पाल। ये गल पल्ले बन लो कि गुरु के उपदेश नाल जुड़ना ही गुरु के चरणों नाल जुड़ना हुंदा है। बाणी का बाणी च खुल गया ना। जे तो भाई गुरपदेश नाल जुड़े हैं केसां की रहत विच माड़े कामां तो शर्म खांदे हाँ बंदगी, ये तो ठीक है रहत रहत बाण। ते जे माड़े कामां तो शर्म है नहीं फिर क्या है? जे माड़े थावां ते जा के खड़दा है फिर तेरा दस्तार दाढ़ी की कोई कीमत नहीं। इस करके गल करिए रहत विच आइए। किरपान सवैमान अनख आजादी, ना डरना ना डराउना है। असीं किरपान धारी हैं, छुरा धारी नहीं। छुरा गुंडिਆਂ ਕੋਲੇ ਹੁੰਦਾ है, किरपान धर्मी बंदे कोल ਹੁੰਦੀ है। गुंडिਆਂ ਕੋਲੇ भी हथियार ਹੁੰਦੇ ने, डाकुओं ਕੋਲੇ भी हथियार ਹੁੰਦੇ ਆ। काहदे वास्ते? डाकू कोले हथियार है, काहदे वास्ते दस्सिओ? सीधा जवाब ये तो प्रश्न सीधा दसो काहदे वास्ते है? डाका मारन वास्ते। धर्मी बंदे कोल भी हथियार है, काहदे वास्ते? डाकुओं नूं भजाउण वास्ते। इस करके धर्मी बंदे को डाकुआं नालों मैं कहूँ 2-4 वध ही चाहिए। गुरु का सतनाम तेरी गल बनो गई। धर्मी बंदे तां दस्से भी कोई कुर्बाना का चक्की फिर देखा मैंने कहता महा एक तो घट है, महा एक अद्धी होर रखा छी गोली का डब्बे च भी रखा होर भी कुछ रखा की पता लगता गुंडिया का। पर शास्त्र के नाल गलत काम नहीं करता धर्मी बंदा। धर्मी बंदा कदे भी गलत काम नहीं करता। ਤਾਂ ਤੇ ਸਾਡੇ ਕੋਲੇ ਹਥਿਆਰ ਹੈਗੇ ਨੇ ਪਰ ਗੁੰਡਿਆਂ ਨੂੰ ਭਜਾਉਣ ਵਾਸਤੇ, ਨਾ ਕਿ ਗੁੰਡਾਗਰਦੀ ਕਰਨ ਵਾਸਤੇ। ਇਸ ਕਰਕੇ ਹਥਿਆਰ ਦੀ ਮਰਜ਼ਾਦਾ ਸਮਝ ਕੇ ਨਾ ਡਰਨਾ ਨਾ ਡਰਾਉਣਾ, ਨਾ ਜ਼ੁਲਮ ਕਰਨਾ ਨਾ ਸਹਿਣਾ। ਸਵੈਮਨ ਅਣਖਜ਼ਾਬੀ ਵਾਲਾ ਜੀਵਨ ਜਿਉਣਾ। ਭੈ ਕਾਹੂ ਕੋ ਦੇਤਨਾ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਜਿੱਦਾਂ ਕੰਘਾ ਰਹਿ ਗਿਆ, ਕੰਘਾ ਕੰਧਾਰੀ ਚੱਲ ਗਈ। ਐਵੇਂ ਨਹੀਂ ਇੱਥੇ ਥਾਂ ਮਿਲ ਗਿਆ, ਇੱਥੇ ਆ ਇੱਥੇ ਐਵੇਂ ਮਿਲ ਗਿਆ। ਆਰੀ ਫਰਿਆਈਆ ਆਰੀ ਚੱਲੀ ਜੇ ਬੰਨਾਂ ਵਿੱਚ ਆਰੀ ਤੇਰੇ ਤੇ ਭਾਵੇਂ ਆਰਾ ਚੱਲ ਜੇ ਆਰਾ ਸਿਦਕੋ ਨਾ ਡੋਲੀ, ਤੈਨੂੰ ਪਰਮਾਤਮਾ ਦੀ ਗੋਦ ਵਿੱਚ ਥਾਂ ਮਿਲ ਜੂਗਾ। ਗੁਰੂ ਦਾ ਸਤਨਾਮ ਆਰੀ। ਤੇ ਦੂਜਾ ਭਾਵ ਕੀ ਹੈ? ਕੰਘਾ ਕਹਿੰਦਾ ਕੇਸਾਂ ਦੀਆਂ ਮੁੱਝਾਂ ਮੈਂ ਕੱਢਤੀਆਂ, ਟੁੱਟੇ ਫੁੱਟੇ ਕੇਸ ਕੱਢਤੇ। ਹੁਣ ਤੂੰ ਗੁਰਬਾਣੀ ਰੂਪੀ ਕੰਘਾ ਮਨ ਵਿੱਚ ਫੇਰ ਕੇ ਤੇ ਰਹਿਤ ਨੂੰ ਮਨ ਚ ਲੈ ਜਾ। ਆਪਣੇ ਟੁੱਟੇ ਫੁੱਟੇ ਖਿਆਲ ਕੱਢਦੇ ਸ਼ਾਂਕੇ ਕੱਢਦੇ। ਜੇ ਮਨ ਵਿੱਚ ਟੁੱਟੇ ਫੁੱਟੇ ਖਿਆਲ ਤੇ ਸ਼ਾਂਕੇ ਨਹੀਂ ਕਰਦਾ ਕਾਹਦਾ ਸਿੱਖ ਇਹਦਾ ਮਤਲਬ ਗੁਰਬਾਣੀ ਰੂਪੀ ਕੰਘਾ ਮਨ ਚ ਫੇਰਦਾ ਨਹੀਂ ਲੱਗਦਾ। ਗੁਰੂ ਸਤਨਾਮ ਹਾਂਜੀ। ਗੁਰਬਾਣੀ ਰੂਪੀ ਕੰਘਾ ਮਨ ਚ ਫਿਰ ਸਾਰੀਆਂ ਮੁੱਝਾਂ ਕੱਢ ਦੂ ਬਾਣੀ। ਸਾਰੇ ਟੁੱਟੇ ਫੁੱਟੇ ਖਿਆਲ ਜੇ ਬਾਹਰ ਮਾਰੂ। ਅੱਜ ਸਿੱਖ ਟੁੱਟੇ ਫੁੱਟੇ ਖਿਆਲ ਕਿਉਂ ਲਈ ਫਿਰਦੇ ਆ? ਕਿਉਂਕਿ ਮਨ ਦੇ ਵਿੱਚ ਕੰਘਾ ਨਹੀਂ ਫਿਰਦੇ ਗੁਰਬਾਣੀ ਦਾ। ਜਿੱਥੇ ਕੇਸਾਂ 'ਚ ਲੱਕੜ ਦਾ ਕੰਘਾ ਫੇਰਦੇ ਹਾਂ ਸਫਾਈ ਆ ਤਨ ਦੀ, ਉੱਥੇ ਮਨ 'ਚ ਵੀ ਕੰਘਾ ਫੇਰਨਾ ਬਾਣੀ ਦਾ। ਜਿੱਥੇ ਕੰਘੇ ਚਾਰੀ ਚੱਲੀ ਹੈ ਉਹ ਤੂੰ ਵੀ ਸਜਦੇ 'ਚ ਰਹੀ। ਤਾਂ ਤੇ ਇੱਦਾਂ ਕਹਿਣ ਦਾ ਭਾਵੇਂ ਰਹਿਤ ਹੈ ਪੰਜ ਕਕਾਰੀ। ਜੇ ਤਾਂ ਪੰਜੇ ਕਕਾਰ ਮਨ ਵਿੱਚ ਚਲੇ ਗਏ ਬਹੁਤ ਵੱਡੀ ਗੱਲ ਹੈ, ਛੋਟੀ ਨਹੀਂ ਗੱਲ। ਫਿਰ ਕਿਤੇ ਕਹੋ ਪਰ ਜੇ ਮਨ ਨਹੀਂ ਜੋੜਿਆ ਪੰਜੇ ਕਕਾਰਾਂ ਦੇ ਨਾਲ ਫਿਰ ਤਾਂ ਭੇਟ ਹੈ, ਇਹ ਨਹੀਂ ਗੱਲ ਬਣੀ। ਇਸ ਕਰਕੇ ਇਹਨਾਂ ਪੰਜਾਂ ਕਕਾਰਾਂ ਨੂੰ ਵੀ ਮਨ ਵਿੱਚ ਧਾਰਨ ਕਰਕੇ ਰੱਖੀ ਇਹਨਾਂ ਦੀ ਰਹਿਤ ਨੂੰ, ਤਾਂ ਅਸੀਂ ਗੁਰੂ ਵਾਲੇ ਕਹਿ ਸਕਦੇ ਹਾਂ। ਹੁਣ ਕਈ ਦੇਖਿਆ ਮੈਂ ਕਿਰਪਾਨ ਵੀ ਪਾਈ ਠੇਕੇ ਦੀ ਵੀ ਖੜਾ, ਗੁਰੂ ਵਾਲਾ ਪੁੱਛੋ ਉਹਨੂੰ, ਪੁੱਛੋ ਕੋ ਮੇਰਾ ਵੀ ਛੱਡਿਆ ਐਂ ਕਹੋ ਨਾ ਉਹ ਗੁਰੂ ਵਾਲਾ ਨਹੀਂ ਜੀ। ਗੁਰੂ ਵਾਲਾ ਨਹੀਂ, ਉਹ ਤਾਂ ਗੁਰੂ ਦਾ ਦੁੱਖ ਹੀ ਹੈ। ਚੰਦਰਿਆ ਤੈਨੂੰ ਦੇਖ ਦੇਖ ਕੇ ਪੁੱਤਾਂ ਦੇ ਦਾਨੀ ਦੀ ਬਦਨਾਮੀ ਹੁੰਦੀ ਹੈ। ਦੁਸ਼ਟਾ ਕਿਰਪਾਨ ਦਾ ਲਾ ਦੇ ਗੁਰੂ ਸਤਨਾਮ। ਪਹਿਲੀ ਤਾਂ ਬੇਨਤੀ ਇਹ ਵੀ ਆਪ ਸੁਧਰ ਜਾ, ਪਰ ਜੇ ਨਹੀਂ ਸੁਧਰ ਸਕਦਾ ਚੰਦਰਿਆ ਕਿਰਪਾਨ ਦਾ ਲਾ ਦੇ। ਪੁੱਤਾਂ ਦੇ ਦਾਨੀ ਨੂੰ ਬਦਨਾਮ ਕਰਦਾ ਫਿਰਨਾ, ਪੁੱਤਾਂ ਦੇ ਦਾਨੀ ਨੂੰ ਬਦਨਾਮ ਕਰਦਾ ਫਿਰਨਾ ਤੂੰ ਤਾਂ ਜਿਹੋ ਜਿਹਾ ਹੈਗਾ। ਉਹ ਗੁਰੂ ਦਾ ਆ ਪੰਜ ਕਕਾਰੀ ਬਾਣਾ ਪਾ ਕੇ ਠੇਕੇ ਜੇ ਗਲਤ ਥਾਂ ਤੇ ਗਿਆ ਚੰਦਰਿਆ ਗੁਰੂ ਨੂੰ ਨਾਲ ਹੀ ਨਹੀਂ ਫਿਰਦਾ। ਮਾੜੇ ਥਾਵਾਂ ਤੇ ਵੀ ਉਹ ਠੇਕੇ ਤੇ ਵੀ ਚੰਦਰਿਆ ਗੁਰੂ ਨੂੰ ਨਾਲ ਹੀ ਲਿਆ ਆ। ਤੇਰਾ ਖੜਾ ਕਿਤੇ ਉਦੋਂ ਕੀੜੇ ਪੈ ਕੇ ਮਰੇਗਾ। ਗੁਰੂ ਦਾ ਸਤਨਾਮ ਅਰਦਾਸ ਕਿਤੇ ਮੂਹਰੇ ਕਰੂ ਜਿਸ ਗੁਰੂ ਨੂੰ ਬਦਨਾਮ ਕਰਦਾ ਰਿਹਾ। ਕੀੜੇ ਪੈ ਕੇ ਮਰਨਗੇ ਜਿਹਦੇ ਕਿਰਪਾਨਾਂ ਬਾਬਾ ਠੇਕਿਆਂ ਤੇ ਜਾਂਦੇ ਆ। ਮਲੇਸ਼ ਕਿਸੇ ਥਾਂ ਦੇ ਮਲੇਸ਼ ਬਦਨਾਮ ਕਰਤਾ ਸਾਨੂੰ ਇਹਨਾਂ ਲੋਕਾਂ ਨੇ। ਜਿਹੜਾ ਗਲਤ ਕੰਮ ਕਰਦਾ ਹੈ ਬਦਨਾਮ ਕਰਦਾ ਪੂਰੀ ਕੌਮ ਨੂੰ ਬਦਨਾਮ ਕਰਦਾ ਨਾ। ਇਹੋ ਜਿਹੇ ਲੋਕਾਂ ਨੇ ਬੜਾ ਬਦਨਾਮ ਕੀਤਾ ਸਾਨੂੰ। ਤਨ ਦੇ ਉੱਤੇ ਧਰਮ ਦਾ ਲੇਬਲ ਲਾ ਕੇ ਕੋਈ ਧਰਮੀ ਨਹੀਂ ਬਣ ਜਾਂਦਾ ਜੇ ਮਨ ਨਹੀਂ ਧਰਮੀ ਬਣਿਆ। ਹਾਂ ਜੇ ਪੰਜੇ ਕਕਾਰ ਤਨ ਤੇ ਪਹਿਨ ਕੇ ਮਨ ਧਾਰਨ ਕਰਕੇ ਰੱਖੀਏ, ਗੁਰਬਾਣੀ ਦਾ ਇੱਕ ਇੱਕ ਵਚਨ ਮੰਨੀਏ ਤਾਂ ਗੁਰੂ ਵਾਲੇ ਆ। ਤਾਂ
जे गुरबाणी का बच्चा नहीं मानते फिर भी गुरु तो बेमुख है। पंज कगार पा के भी फिर ना भुलेखा खा जिओ। पंज प्यारे खंडे की पौड़ छका के की कहते दस्यो, दस दो भाई, बोलते जी घट ही हो। की कहते नहीं भी तुम गुरु ग्रंथ साहब के लड़ लग गए, गुरु ग्रंथ साहब गुरु हो गए, ठीक है। जे हम जिस गुरु के लड़ लगे है, जे गुरु ग्रंथ साहब की बाणी की गल नहीं मानता, तुम दसो गुरु वाला किवें होया। गुरु तो गुरु ग्रंथ साहब है ना, खंडे की पौड़ छक के गुरु ग्रंथ साहब की लड़ी लगी है ना, कि गुरबाणी की गल मनता नहीं, फिर तू कहना मैं तो जी गुरु वाला, मैं तो छकिया होया। नहीं भाई, तू फेल विद्यार्थी है। दाखला तो ले लिया, चंद्रिया फेल हो गया, बहुत अपना दाखला तो ले लिया, खंडे की पौड़ दाखला पर फेल हो गया, फेल हो गया। तू फेल है, बेमुख है गुरु तो। अजे किरपाना पा के तुरे फिरते हैं भड़भागियां के सेख बच्चों के गुरु वाले हैं, ये बदनाम करते हैं गुरु को। यह जो सिख होंगे है, यह जो सिख होंगे ने, इस करके बदल जिहड़े तुरे फिरते हैं कबरां समाधां ते सिख होंगे ने। ये ना सिख नहीं जाता किते, प्रमाण ले लो। जिन्हें गुरु का वचन मन लिया, मन्ने मोह चोटा ना खाए। जिन्हें गुरु का वचन मन लिया, वो होर पासे मूँह करके चोटा नहीं खाता। जिन्नी देर असीं अपनी मर्जी नाल तुरे फिरांगे मूँह चक के कबरां समाधां ते चेलियां बूमणियां कन्नी चोटां पैंदियां रहणगीਆਂ। ये भी लिखिਆ ना, अपने भाणे जो चलै भाई विछड़ चोटा खाए। जिन्नी देर कोई अपने भाणे अपनी मन मर्जी नाल जिद्दनूं जी किता मूँह चक के तुर गए, गुरु जी कहते जी मर्जी नाल तुरे फिरोगे, धक्के खांदे रहोगे। गुरु सतनाम, गुरु का फैसला है, धक्के खांदे रहोगे। अज धक्के बहुत खा रही है साडी कौम, कारण की गुरु नहीं मनणों हट गए, गुरु मनणों ही हट गए। मनण का अर्थ की होंदा है, गुरबाणी के ज्ञान को समझ के मनना। इस करके जे तो भाई अपने भाना चलता, जो अपने भाना अपनी मन मर्जी भी जो जी किता तुर गए, चोटां पैंदियां रहणगीਆਂ। जदों गुरु का वचन मान लिया, होर पासे मूँह करना छड्डता, चोटां पैणियां बंद। मन्ने मोह चोटां ना खाए। हर तुहानूं गल गुरबाणी च पेश की है। इस करके थां थां ते जाना बंद कर दिओ, स्वैमन अणख अपने पैदा करो। एवें रोलते फिरदे हाँ असीं, किसी बूबड़े के डेरे कन्ने नहीं जाना, किसी कच्चे पल्ले गुरु के डेरे कन्ने नहीं जाना, कभी किसी चेले चापते को पुछ लैन नहीं जाना। पुछना की कोई चीज़ नहीं, आने दिनों गल करांगे समारी। हुण कोई जोतषणा की चीज़ नहीं, कितने आने दिनों गल समझावांगे। बस जोतषणा की कोई चीज़ नहीं दुनिया से, पाउण आदि कोई किसी चेले चापते कोई पाउण नहीं आती। क्यों? क्योंकि दूजी कोई शक्ति नहीं, सपन सच है कि दूजा, जो दूजा कोई है नहीं, फिर कितों गया। बोलो रब नाम आना किसी। जो असीं कॉलेज में पढ़ते होंगे सी ना, कहते कि होंगे चेले चापटां दीआं लकीरां भी कढ़ाईआं होईआं साडीआं। उन्होंने कहते कढ़ दे भी कौन कित्थे, दलील ना कहते भी तू कहना आउंदी है, कढ़ कित्थे, कढ़ कित्थे है। कदे भी साडा किसी ने मुकाबला नहीं कीता सी, कदे भी। जे कोई इदां दी पाउण शक्ति हुंदी मेरा कोई नुकसान करदी ना जी, दूजी कोई चीज़ नहीं। इस करके इन्हां गल्लां नूं समझिओ, गल चली है, जाओ ना मुड़ के किते। विस्तार आप आने दिनों च करांगे। जोतषणा की कोई चीज़ नहीं, वास्तु शास्त्र की कोई सच्चाई नहीं। नवा टोला पैदा हो गया ना भारी ढवाते कईयां दे, थोड़ा गेट 2.5 फुट का गेट टेढ़ा बने, थोड़ी तो रसोई पुट्ठे पासे बनी है, इधर रसोई ढा के इधर बना लो, पौड़ियां ढा के इधर कर लो, तो पौड़ियां ढवातियां इधर रसोई ढवाती दस लै। नवे टोले पैदा हो गए। इहो जिहा टोलियां तो बचो, गुरबाणी की गल नूं मनो। जे मन लोगे चोटां नहीं पैणगीਆਂ, तो नहीं तो गुरु जी कहते अपनी मर्जी करोगे, धक्के खाते रहोगे। धक्के अज खा रहे हैं, बहुत धक्के पै रहे हैं सानू, क्यों किसी गुरु दे नहीं रहे। बिन गुर शब्द नहीं घर वार, वो सिखा तेरा गुर शब्द तो बिना घर टिकाना किते नहीं। इस करके आओ इत्थों तक आपां ये काफ़ी गल्लां नूं समझण की कोशिश की। अज हुण जो शब्द आपां शुरू दे विच पढ़िया है, आओ इस शब्द की थोड़े क समय विचार करके समाप्ति करांगे। हाँ जी, हुण जिहड़ा आपां शब्द शुरू च ज्ञान कीता सी ना, उहदे वल ध्यान ले। गौड़ी ग्वारेरी महला पंजवां, फिर कर वैसो हर जन प्यारे, सतगुर तुमरे काज सवारे। ये बच्चों को प्यार ना बहाड़ो भाई। ये हुण खेड का मैदान नहीं, अनुशासन की बड़ी घाट है। मैनूं कहना पै गया, ना कहना पैंदा आ जाता सवाद ही भी तुसीं अपने आप ही ना देख लिया। बच्चों का कसूर नहीं, बच्चों को सोझी नहीं। जे कंट्रोल तुसीं करना, 10 मिनट लाओ, छेती करो। कोई तुहाडा जिम्मेदार पहरेदार कोई आसे पासे ना, कोई जिम्मेवारी नहीं।
हाँ जी, आओ हम शब्द विचार वाल। गौड़ी गुहारेरी महला पंजवा। फिर घर वैसो हर जन प्यारे सतगुर तुमरे काज सवारे रहाओ। गुरु जी आपां नूं मत दे रहे हैं कि रब दे प्यारो टिक जाओ। देखो पहला भूमिका के तौर पर बहुत विचार होगी ना। गुरु जी की कहते टिक जाओ, दुनिया टिकदी नहीं, अपनी भज नठी दुखी करदी है ना। टिक जो प्यारो टिक जो, फिर घर वैसो हर जन प्यारे रब दे प्यारिओ टिक जो, घर विच टिक जो, फिर घर वैसो हर जन प्यारे। ये तुहानूं भाव अर्थ समझिओ कि गुरबाणी के अखरी अर्थ के नाल नाल भाव अर्थ नूं समझना जरूरी है। जिथे असीं शरीर करके टिकना गुरु दे दर ते कोई शक नहीं कि शरीर करके किते जाना नहीं, आपां पहलां गल समझी लई। उत्थे असीं सुरत करके शब्द घर विच टिकना है। सुरत ने कित्थे टिकना है? शब्द घर विच। बिन गुर शब्द नहीं घर वार। शब्द तो बिना साडा घर बार कोई नहीं। इस करके असीं सुरत करके शब्द विच टिकना है। जो साडी सुरत गुर शब्द गुरु ज्ञान विच टिक गई तो समझ लो गुरु के घर विच सुरत का वासा हो गया। सुरत का गुरु के घर विच वासा हो गया। इदां जिथे असीं तन करके टिकना है, टिक के गुरपदे सुनना है, जिवें आपां सुने किते जाना नहीं, इदां सुरत करके भी असीं शब्द दे विच टिकना है। शब्द गुरु सुरत धुन चेला। फिर घर वैसो हर जन प्यारे रब दे प्यारिओ गुर उपदेश विच टिको। गुरु का घर किहड़ा है? गुरु का शब्द। शब्द विच सुरत टिक जाना, समझ लो गुरु के घर विच टिक गए। फिर घर वैसो हर जन प्यारे रब दे प्यारिओ टिक जो, घर विच टिको, शब्द विच टिको, ज्ञान विच टिकाओ अपनी सुरत नूं। फिर घर वैसो हर जन प्यारे सतगुर तुमरे काज सवारे। फिर समझ लो सतगुर ने तुहाडे कारज सवार दिते। फिर तो सारे कारज सवर के फैसले देता कि जदों ही तुहाडी सुरत शब्द घर विच टिक गई, काम सवर गए। फैसला है पर सारे समझ लो फिर तो तुहाडे काम सतगुरु ने सवार दिते। फिर घर वैसो हर जन प्यारे सतगुर तुमरे काज सवारे। जदों सुरत करके शब्द घर विच टिक गए, फिर गुर मेरा संग सदा है नाले। सिमर सिमर ते सदा, ये भी पढ़ लो। गुर मेरे संग सदा है नाले। सदा है नाले। सिमर
शब्द घर विच टिक गए, फिर मेरा गुरु हर ਵੇਲੇ मेरे नाल है। सो सतगुर प्यारा मेरे नाल है, जिथे किथे मैनू लए छड़ाए। तां ते फिर घर वैसो हर जन प्यारे, ये बाणी की व्याख्या बाणी की होगी ना। ते एक जो रब दे प्यारे हुण मान लिओ गुरु दा वचन जाओ ना मुड़ के किते, जे ना टिकोगे फिर लाज कोई नहीं। जिहड़ा वचन नहीं मनदा ਉਹਦਾ इलाज गुरु कोले भी है नहीं। गुरु का सतनाम मामा भैन भी प्यार करते हैं। जिहड़ा वचन नहीं ना मनदा ਉਹਦਾ इलाज गुरु कोले भी है नहीं। ਉਹਦਾ इलाज ही कोई नहीं किते। इस तों वड्डी बीमारी कोई नहीं जिहड़ा वचन नहीं मनदा, ਉਹਦਾ इलाज किते नहीं। प्रमाण ले लो जी, कबीर साचा सतगुर क्या करे जो सिखा में चूक, अंधे एक ना लगे ही जो बांस बजाई है फूक। सच्चा सतगुरु की करे जे सिख नूं गल ही नहीं लगदी। जे गुरु का वचन इदा टपा दिंदा कोल दी, जिवें हवा का बुला लंघ गया, अंधे एक ना लगी। कहते अंधे नूं गुरु का एक भी वचन नहीं लगता, ऐं टप जांदा कोल दी जो बांस बजाई है फूक। जिवें बांस विच फूक मार के ना औखा हुंदा ना पार लंघ जांदी है, कई तो गुरु के वचनों नूं कन्नां दे कोल दी हवा के बुलियां वांगू दबा दिंदे। बोलो सतनाम। इहो जिहा कोई इलाज नहीं। ਜਿਹੜਾ वचन नहीं मनता धक्के खाने ही खाने आ। फैसले बाणी दे रुख बनाना कह दो कि सच्चा तिखापन हुंदा ज्ञान दे विच। रुख तिखापन पता की हुंदा, ज्ञान दे थोड़े साडा चिप कढ़दे आ। बोलो सतनाम। चिप जिहड़े साडे चिप पए होए गलत ख्यालां दे पिछे, भाव गुरु का ज्ञान साडा जीवन घटदा ते कुछ घटना होवे तां फिर हैमरिंग तां चोट तां करनी पैंदी है। लक्कड़ दा कुछ बनाउणा होवे रंदा लाउणी पैंदा ना, सिर छड़ाई। लोहे का कुछ बनाउणा होवे थोड़ा चलाउना ही पैंदा ना, पत्ता पाउणा होवे कच्चा ढाउणा ही पैंदा। बंदे का जीवन आउणा होवे तां ज्ञान दे हथौड़े मार मार के खड़काउणा ही पैंदा। बोलो सतनाम। हथौड़े मार मार के चिप कढ़ दिंदी है बाणी बंदे दे। जे गुरबाणी वो सुन सकते जिन्हों ने अपने चिप कढ़ाने है, दूजा नहीं। हम दूजे तक बाबा कोई सेम मिश्री फड़ा सिर परू जाइए। बोलो सतनाम। बहुती दुनिया का यह बाबा ज्ञान ना तो समझ लोगों का, इस करके यह जी बाबे कहोगे भी कोई सेब रख लो मिश्री रख लो, बस 100-200 टेकता सेब खड़ा दो, किसी मिश्री खड़ा ऐं कर दो, ऐं कहते आ बाबा वधिया भाई। बोलो सतनाम। आह काम बहुत आई चल जूगा हम कहते आई नहीं काम चलता। बस चिप कढ़ाने पैंदे ज्ञान के थोड़े मार मार। या ठग्गां का काम होंदा कि बह जाओ गदैले ला के सेम मिश्रियां रख लो, ऐं करी चलो ऐं करी चलो। बस वो जी दुनिया होगी तो दुनिया कहना ज्ञान चाहती है, दुनिया भी उहो जी होगी, दुनिया भी यह जी हुई है। इस करके ज्ञान की गल नूं सुनो। सच्चा ज्ञान ही सच्ची आशीर्वाद है। सच्ची आशीर्वाद की सच्चा ज्ञान किसी तो मत्था टकवा के सेब मिश्री फड़ा के आए करता, ये आशीर्वाद नहीं, ये ठगां दे काम है। यह जे काम करने वाले तो आप ही मरे होंगे ने, तो आशीर्वाद की देणगे। लिखिया बाणी च देण दवाई से मरके जिनको देण से जाहे। भी जिहड़ी गल कहती नाल जिहदा प्रमाण दिता तुहानूं, सानूं ना किते कह दिओ कोई मैं अपने कोलों कुछ कहता, क्योंकि इधर इलाके च मेरी बहुती अंडरस्टैंडिंग नहीं, मैं बहुता नहीं आया। गुरबाणी महाराज की बार च लिखिਆ भी ਜਿਹੜੇ डेरे बना के गद्दियां ला के आशीर्वादां देंदे ढंग रचते हैं, भी कोई ज्ञान नहीं, कख पता नहीं होंदा इन्हां नूं। बस इन्हां कोल की है, लड्डू रख लो, सेब रख लो, मिश्री केला रख लो, किसी को मिश्री फड़ा दो, किसी लड्डू फड़ा दो, किसी को सेब फड़ा दो, मत्था फड़ा जा मार दो, ऐसा बस बोले 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 अपने बाबा जी। हाँ यह जिहा काम करने वाले बाणी विच की लिखिਆ मरे होंदे ने। मरे कि जमीर की मौत बेशर्म नूं आपां मरे ही कहने हैं। गुरु जी कहते बेशर्म होंदे ने, ये तो जमीर की मौत मरे होंदे ने, शर्म होंदी नहीं। शरीक बन के बह के रब दे गदैले लाले मत्थे टकाले आए करता, इन्हां भी शर्म आउंदी है। बाणी ना भूल जो दोबारा एक बार होर बोलते पंक्ति याद रखियो। देण दवाई से मर गए। दवाई का अर्थ आशीर्वाद, दुआ का अर्थ आशीर्वाद, बहुत वचन हो गया। दवाई का अर्थ आशीर्वाद, ये आशीर्वादां देण दा ढंग करने वाले तो आप ही मरे होंदे ने। से मर गए जिनको देण से जाहे, जिन्होंने आशीर्वाद देंदे है। यह जो लोग पता नहीं कितने तुरी फिरते हैं। दुनिया आशीर्वाद लैण के चक्कर पता नहीं कितने तुरी फिरती है। वो फलाने का बाबा दिंदा आशीर्वाद, ढिम कितना बाबा सुनदा उत्थों सुनीदा। गुरु जी कहते दुनिया तो आशीर्वाद लैण के चक्कर तुरी फिरती है, तो बेशर्म गद्दियां ते बह के हथ हिलाई जाते हैं। बोलो सतनाम। हाँ जी, सच्चा ज्ञान सच्ची आशीर्वाद है। किसी को सच्ची गल दस दईए भा हो जाता है। क्यों समझ लो गुरु जी का एक एक वचन सच्ची आशीर्वाद है। कोई लैंदा, कोई लैंदा सच्ची आशीर्वाद। तो दुनिया कहते 100 टेका बस नहीं कर जे ना, ये तो नहीं गल। चलो
इस करके शब्द की विचार आप संपूर्ण करिए। तो गल चल रही सी तिक जो फिर घर वैसो हर जन प्यारे सतगुर तुमरे का सवार दुष्ट दूत परमेश्वर मारे जन की पैज रखी करतारे। अगली पंक्ति परमात्मा ने दुष्ट दूत मार दिते, मारदा भाव सौह दिते। जिवें बैर हुंदा है ना, सांखी नूं मार लैंदा है, पकड़ जा गई गल ना। भाव सांखी ते जहर भाव नूं मार दिता, फिर की बन गया? सांखी दवाई बन गई, जहर दवाई। ये दुष्ट दूत ने काम क्रोध लोभ मोह हंकार। गुरु जी ने इन्हों के जहर भाव नूं मार दिता। फिर की होया? फिर मित्र बन गए। फिर काम है जिहड़ा शुद्ध काम इश्क हकीकी का काम लैंदा है, रब्बी प्यार का। शुद्ध क्रोध वीर रस का काम लैंदा है। शुद्ध लोभ सच के व्यापार का, सच का लैन देन, सच का दान प्रदान। शुद्ध मोह प्यार का काम लैंदा है। शुद्ध मैं आत्म विश्वास का काम लैंदी है। आत्म विश्वास निश्चय दृढ़ता परपक्ता। ये पंजे ही दुष्ट दूत गुरु के ज्ञान ने सोध दिते। ये पंजे हुण मेरे मित्र बन गए। आए प्रभ पै आंचर लाग करो तपावस प्रभ सरवाग प्रभ हस बोले किए न्याय सरल दूत मेरी सेवा लाए। साध संग आप ही बस पंचा पंजी वस च आ जाते हैं। फिर बड़ा काम देंगे ने पंजे। ये बैरी मित्र सब किते हैं नह मंगे मंदा। इन्ने प्रमाण काफ़ी हो गए। इनू साइंस के निज कहते हैं ट्रांसफॉर्मेशन ऑफ एनर्जी। शक्ति ना पैदा की जा सकती है, ना खत्म की जा सकती है। इसमें एक तो दूजे रूप के बदलिया जा सकता है। सो काम की एनर्जी शुद्ध हो गई। शुद्ध काम की बन गया? रब्बी इश्क। जे इन्हों सोधिया ना जाए तो पता नहीं कितने जाके सकते हैं। इस करके दुष्ट दूत परमेश्वर मारे जन की पैज रखी करतारे। ये तो परमात्मा ने अपने सेवक की पैज रख ली। बादशाह शाह सब बस कर दीने अमृत नाम महारस पीने। परमात्मा के अमृत नाम नूं पीता दुनियावी राजे दुनियावी अमीर असो भी बस च आ गए। भाव रब के प्यारे नूं किसी की मुखाजी नहीं रही। इत्थे राजे महाराजे अमीर भी मगरी तुरे फिरदे है। बादशाह शाह सब बस कर दीने अमृत नाम महारस पीने। निर्भव होए भजो भगवान साध संगत मिल कीनो दान। निर्भव होके बेफिक्र होके भाई परमात्मा को याद कराया करो। एवें ना बहन भरम जे कराया करो। निर्भव होए भजो भगवान साध संगत मिल कीनो दान। गुरु की संगत विच मिल के गुरु की मत अगे वंडो। क्योंकि गुरु की मत का जिहड़ा दान है ये जीवन दान है। किसी का जीवन बन जाता है। किसी को गुरबाणी का सच्चा ज्ञान दे दईए, ये जीवन दान है गुरबाणी। गुरु की संगत विच मिल के गुरबाणी की विचार कराया करो। मनुखता नूं ये गुरु की मत का दान दिओ, वंडो ज्ञान नूं। ज्ञान तो बिना मनुखता रो रही है। इस करके निर्भव होए भजो भगवान साध संगत मिल कीनो दान। गुरु की संगत मिल के गुरु की मत नूं वंडो। साध संगत मिल कीनो दान। शरण परे प्रभ अंतरजामी नानक कोट पत्री प्रभु। गुरु बाबा जी कहते बस जिन्होंने जेडे मालक की शरण पै गए, शरण परे परे प्रभ अंतरजामी, मालक की ओट ले ली नानक ओट पत्री प्रभ स्वामी। वो ये लोग सूखिए प्रलोक सहेले नानक हरता आपे में। राम कली महला तीजा आनंद एक ओंकार सतगुर प्रसाद। आनंद पाया मेरी माए सतगुरु मैं
ताको विघ्न न फूल कै जाकी प्रभु कै अरदास। इको ओंकार श्री वाहिगुरु जी की फतेह। श्री भगवती जी सहाय वार श्री भगवती जी की पातशाही दसवीं। प्रथम भगवती सिमर कै गुरु नानक नहीं ध्याए। फिर अंगद गुर ते अमरदास रामदास होई सहाय। अर्जन हर गोबिंद नाम सिमरौ श्री हर राय। श्री हर कृष्ण धियाई जित सब दुख जाए। तेग बहादुर सिमरिया करनौन दिया बहताए। सब थाई होए जी सहाय। दसवें पातशाह श्री गुरु गोबिंद सिंह साहिब जी महाराज सब थाई होए जी सहाय। दसां पातशाहियां दी जोत श्री गुरु ग्रंथ साहिब जी के पाठ दीदार का ध्यान करके खालसा जी बोलो जी वाहिगुरू। पंजा प्यारियां चौहां साहिबजादियां 40 मुक्तियां हट्टियां जपियां तपियां। तेरा नाम जपिया वंड के छकिया तेग चलाई। तेग वाही देख के अंडट किया तेरे भाणे नूं मिठा करके मन्निया। जिन्हां प्यारियां सचेरियां दी कमाई का ध्यान करके खालसा जी बोलो जी वाहिगुरू। जिन्हां ਸਿੰਘਾਂ ਸਿੰਘਣੀਆਂ ने धर्म ने शहीद ते बंद बंद कटवाए। खोपरियां लोहाइयां चरखड़ियां ते चढ़े तन हारियां नाल चराए। गुरुद्वारियां दी सेवा संभालने कुर्बानियां कीतियां धर्म नहीं हारिया। सिੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ वाहिगुरु। प्रथम सर्बत खालसा जी की अरदास है जी। सर्बत खालसा जी को वाहिगुरु वाहिगुरू वाहिगुरू। जिते आवै जिते आवन का सदका सर्व सुख होवै। जहाँ जहाँ खालसा जी साहिब तहाँ तहाँ रखिया रियायता। तेग तेग फतेह बिरद की पैज पंथ की जीत। श्री साहिब जी सहाय खालसा जी के बोल बाटे बोलो जी वाहिगुरू। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਰ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ। श्री ਅੰਮ੍ਰਿਤਸਰ ਸਾਹਿਬ जी के इशनान चौकियाँ झंडे गूंगे जुगो जुग अटल धर्म का जयकार। खालसा जी बोलो जी वाहिगुरू। सिੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ। ਜੇਤਾ ਸੂਤ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਸ਼ਮੇਰ ਉਪਾਪ ਡੁਬਦੇ ਪੱਥਰ ਤਾਰੇ। ਸਤਿਗੁਰੂ ਜੀਓ ਭੁੱਲੜ ਜੀਵ ਸਦਾ ਹੀ ਭੁੱਲਣਹਾਰ ਹਾਂ। ਆਪ ਜੀ ਬਖਸ਼ਣਹਾਰ ਹੋ। ਬਖਸ਼ ਲੈਣਾ ਬਖਸ਼ ਲੈਣਾ ਬਖਸ਼ ਲੈਣਾ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ। ਆਪ ਜੀ ਦੀ ਮਹਾਨ ਬਖਸ਼ੀ ਦਾ ਸਦਕਾ ਨਾਗਰ ਪੂਣੀਆਂ ਦੀ ਸਮੂਹ ਸੰਗਤ ਵੱਲੋਂ 3 ਗੁਰਮਤਿ ਸਮਾਗਮਾਂ ਦੇ ਪ੍ਰਬੰਧ ਕੀਤੇ ਗਏ। ਸੋ ਅੱਜ ਪਹਿਲੇ ਗੁਰਮਤਿ ਸਮਾਗਮ ਦੀ ਸੰਪੂਰਨਤਾ ਹੋਈ ਹੈ ਪਾਤਸ਼ਾਹ ਜੀਓ। ਆਪ ਜੀ ਦੀ ਪਵਿੱਤਰ ਗੁਰਬਾਣੀ ਗੁਰਮਤਿ ਦੀਆਂ ਵਿਚਾਰਾਂ ਹੋਈਆਂ। ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ। ਅੱਗੇ ਵਾਸਤੇ ਸੁਖ ਸਪਸ਼ਟ ਵਿਚਾਰ ਕਰਨ ਦਾ ਬਾਣੀ ਪੜ੍ਹਨ ਦਾ ਬਾਦ ਪ੍ਰੇਰਨਾ ਸੁਧੀ ਬਖਸ਼ਣੀ ਜੀ। ਹੋਈਆਂ ਗੁਰਮਤਿ ਵਿਚਾਰਾਂ ਦਾ ਭਾਵ ਹਿਰਦਿਆਂ ਤੇ ਵਸਾਉਣਾ ਜੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤੇ ਗੁਰ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸੇਵਾਦਾਰਾਂ ਦੀ ਕੀਤੀ ਸੇਵਾ ਥਾਈ ਪਾਉਣੀ ਸਭ ਤੇ ਮਿਹਰਾਂ ਕਰਨੀਆਂ। ਇਸ ਵੇਲੇ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੇ ਦਰ ਤੇ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਸ਼੍ਰੀ ਮੁੱਖ ਬਾਤ ਬਖਸ਼ਿਸ਼ ਕਰਕੇ ਕਰਤਾਰ ਕਰੋ ਜੀ। ਸੇ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੇ। ਅੜੇ ਸੋ ਝੜੇ ਸ਼ਰਨ ਪਰੇ ਸੋ ਕਰੇ। ਨਾਨਕ ਨਾਮ ਚੜ੍ਹਦੀ ਕਲਾ ਤੇ ਸੁਖਰਾ ਆਗਿਆ ਭਈਆ ਕਾਲ ਕੀ ਤਬੈ ਚਲਾਇਓ। ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ ਬੋਝ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਖੀ ਰਹਿ ਨਾ। ਸਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ। ਵਾਰ ਹੋਏ ਸਭ ਮਿਲਾਂਗੇ
बचे शरण जो बोले सो निहाल। वाहिगुरु जी का खालसा वाहिगुरु जी की फतेह। अंत न पावन देव सुबह मन इंद्र महाशिव जोग करी। वेद बैरंच विचार रहियो हर जाप न छाड्यो एक करी। मथुरा जन को प्रभु दीन दयाल है संगत श्रेष्ठ निहाल करे। रामदास गुरु जगतान को गुर ज्योत अर्जन माहे तरी। सुख हो तल गुर सेविया अनस सहज सुपाए। दर्शन परसिया गुरु का जन्म मरण दुख जाए। वाहिगुरु जी राग तनासरी महला तीजा कार चौथा एक ओंकार सतगुर प्रसाद। हम भीख का पेखारी तेरे तो निज पत है दाता। हो दयाल नाम दे हो मंगत जन का सदा रहो रंग रता। हम भीख का पेखारी तेरे तू निज पत है दाता। हो दयाल नाम दे हो मंगत जन को सदा रहो रंग रता। हम बलहार जाओ साचे तेरे नाम विटो करना कारण सवना काय को अवर ना दूजा कोई रहाओ। बातें फेर पे कृपन को अब कैसा कृपा की जाए। हो दयाल दर्शन दे हो अपना ऐसी बख्श करी जाए। बनत नानक परम पट खुले घर पर साथी जाने साची लग लगी है भीतर। सतगुर स्यो मन मानिया बनत नानक परम पट खुले घर पर साथी जाने साची लव लगी है भीतर। सतगुर स्यो मन मानिया सतनाम श्री वाहिगुरु जी। वाहिगुरु जी का खालसा वाहिगुरु जी की फतेह। हाँ जी, प्रसाद वरतना शुरू होने लगे जी। 5-7 भैन भाई 5-7 सिंह चलो जी।